ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਹੋਈ ਹੈ। ਹਰ ਰੋਜ਼ ਦੀ ਤਰ੍ਹਾਂ ਸ਼ਾਮ ਦੇ ਸਮੇਂ ਦੀਆਂ ਸਤਸੰਗ ਘੜੀਆਂ ਪ੍ਰਾਪਤ ਹਨ। ਗੁਰੂ ਪਾਤਸ਼ਾਹ ਦੀ ਕਿਰਪਾ ਰਹਿਮਤ ਗੁਰੂ ਘਰ ਦੀ ਮਰਜ਼ਾਦਾ ਅਨੁਸਾਰ ਇਤਿਹਾਸ ਦੀ ਕਥਾ ਦਾ ਸਮਾਂ ਹੈ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ। ਸਤਿਗੁਰੂ ਜੀ ਦੀ ਅੰਸ਼ ਬੰਸ ਗੁਰੂ ਪਾਤਸ਼ਾਹ ਜੀ ਦੀ 12ਵੀਂ ਪੀੜ੍ਹੀ ਵਿੱਚੋਂ ਮਹਾਨ ਵਿਦਵਾਨ ਸ਼੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਉਹਨਾਂ ਦੁਆਰਾ ਰਚਿਤ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜੋ ਕਿ ਸੋਹਣੀ ਸੁੰਦਰ ਛੰਦਾਬੰਦੀ ਅੰਦਰ ਸੰਤ ਰੇਣ ਜੀ ਨੇ ਇਤਿਹਾਸ ਲਿਖਿਆ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਸਾਂ ਪਾਤਸ਼ਾਹੀਆਂ ਦੇ 10 ਮਹੱਲਿਆਂ ਦੇ ਰੂਪ ਵਿੱਚ ਇਹ ਇਤਿਹਾਸ ਆਪਾਂ ਲੜੀਵਾਰ ਜੋ ਸਰਵਣ ਕਰਦੇ ਆ ਰਹੇ ਹਾਂ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ, ਜੋ ਕਿ ਆਪਾਂ ਕੱਲ 46ਵੇਂ ਘਰ ਦਾ ਪ੍ਰਸੰਗ ਔਰ 47ਵੇਂ ਘਰ ਦੇ ਜੋ 7 ਦੀਪ ਹਨ, 7 ਦੀਪਾਂ ਦੀ ਕਥਾ ਕਿ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਨਾਲ ਭਾਈ ਬਾਲਾ ਸੰਧੂ ਜੀ ਤੇ ਨਾਲ ਭਾਈ ਮਰਦਾਨਾ ਜੀ, ਜੋ ਭਾਈ ਮਰਦਾਨੇ ਨੇ ਕਿਹਾ ਮਹਾਰਾਜ 7 ਦੀਪਾਂ ਦੇ ਵੀ ਦਰਸ਼ਨ ਕਰਵਾਓ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਵੱਖ-ਵੱਖ ਦੀਪਾਂ ਵਿੱਚ ਪਹੁੰਚੇ ਹੈ। ਗਰੀਬ ਨਵਾਜ ਪਾਤਸ਼ਾਹ ਜੀ ਨੇ ਸਿਲਮਲਾ ਦੀਪ ਭਾਈ ਮਰਦਾਨੇ ਨੂੰ ਉਹ ਦਿਖਾ ਕੇ ਉੱਥੋਂ ਦੇ ਲੋਕਾਂ ਨੂੰ ਜੋ ਉਪਦੇਸ਼ ਦਿੱਤਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਉਸ ਤੋਂ ਬਾਅਦ ਕੁਸ਼ੂ ਦੀਪ ਦੇ ਵਿੱਚ ਪਹੁੰਚੇ ਹਨ, ਜਿੱਥੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਫਿਰ ਕਰੋਚ ਦੀਪ ਵਿੱਚ ਪਹੁੰਚੇ ਹੈ। ਉੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ। ਜੋ ਵੀ ਪ੍ਰਾਣੀ ਉੱਥੋਂ ਦੇ ਮੁਖੀ ਰਾਜਾ ਸਭ ਨੂੰ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨਾਲ ਜੋੜਦੇ ਐ। ਇਸ ਉਪਰੰਤ ਹੁਣ ਪਾਤਸ਼ਾਹ ਜੀ ਅੱਗੇ ਚੱਲੇ ਹਨ
ਹੋਰ ਦੀਪਾਂ ਦੀ ਕਥਾ ਤੇ ਅਗਲਾ ਇਤਿਹਾਸ ਆਓ ਪ੍ਰੇਮ ਔਰ ਸਤਿਕਾਰ ਦੇ ਸਹਿਤ ਅੱਗੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਿਦਾ ਹੋਏ ਬਾਹਰੋਂ ਪ੍ਰਸਥਾਨੇ। ਫਿਰ ਮਹਾਰਾਜ ਭਾਈ ਇੱਥੋਂ ਵਿਦਾ ਹੋਏ ਔਰ ਹੋਰ ਅਸਥਾਨ ਵੱਲ ਨੂੰ ਚੱਲੇ ਹਨ। ਖੋੜਸ ਲੱਖ ਜੋਜਨ ਪਰਮਾਨੇ। ਖੋੜਸ ਲੱਖ ਜੋਜਨ, ਖੋੜਸ 16 ਨੂੰ ਕਹਿੰਦੇ ਆ। 16 ਲੱਖ ਜੋਜਨ ਜੋ ਭਾਈ ਪਰਮਾਨਿਆ ਜਾਂਦਾ ਹੈ ਰਸਤਾ। ਸਗਰੋ ਛੋੜ ਗਏ ਗੁਰ ਜਬ ਹੀ। ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਇਹ ਸਾਰਾ ਇੰਨਾ ਏਰੀਆ ਛੱਡ ਕਰਕੇ ਅੱਗੇ ਗਏ ਹਨ। ਸਿੰਧ ਦੂਧ ਕੋ ਆਇਓ ਤਬ ਹੀ। ਤਾਂ ਫਿਰ ਸਿੰਧ ਹੈ ਸਮੁੰਦਰ ਦੁੱਧ, ਐਸਾ ਜਲ ਦੁੱਧ ਵਰ। ਉਹ ਸਮੁੰਦਰ ਖੀਰ ਸਮੁੰਦਰ ਗ੍ਰੰਥਾਂ ਵਿੱਚ ਪੁਰਾਤਨ ਕਥਾ ਆਉਂਦੀ ਹੈ। ਉਹ ਆਇਆ ਹੈ ਦੀਪ ਸਮਾਨ ਹੁਤੋ ਬਿਸਥਾਰਾ। ਤੇ ਇਉਂ ਦੀਪ ਸਥਾਨ, ਦੀਪ ਦੀਵਾ ਵੀ ਇੱਥੇ ਦੀਪ ਦਾ ਅਰਥ ਹੈ ਬਾਂਗ ਭਾਈ ਬਹੁਤ ਵਿਸਥਾਰ ਹੈ। ਜਿਵੇਂ ਪ੍ਰਕਾਸ਼ ਦਾ ਦੂਰ ਤੱਕ ਜਿਹੜਾ ਹੈ ਉਹ ਵਿਸਥਾਰ ਹੋ ਜਾਂਦਾ ਹੈ, ਇਸ ਤਰ੍ਹਾਂ ਵਿਸਥਾਰ ਹੈ। ਤੇਹ ਪ੍ਰਭ ਗਮਨੇ ਪ੍ਰਭੂ ਉਦਾਰਾ। ਹੁਣ ਉਸ ਪਰ ਸਤਿਗੁਰੂ ਉਦਾਰ ਚਿੱਤ ਮਹਾਰਾਜ ਚੱਲ ਰਹੇ ਹਨ। ਤੂਰਨ ਪਹੁੰਚੇ ਪਾਰ ਕਿਨਾਰੇ। ਤੇ ਤੁਰੰਤ ਹੀ ਮਹਾਰਾਜ ਕਿਨਾਰੇ ਤੋਂ ਪਾਰ ਪਹੁੰਚ ਗਏ, ਭਾਵ ਅੱਗੇ ਕਿਨਾਰੇ ਪਰ ਚਲੇ ਗਏ ਹਨ। ਗਏ ਅਗਾਰੀ ਦੀਪ ਮਝਾਰੇ। ਤੇ ਅੱਗੇ ਜਿਹੜਾ ਦੀਪ ਹੈ ਉੱਥੇ ਸਤਿਗੁਰੂ ਪਹੁੰਚੇ ਹਨ। ਜਿਸ ਪੁਰ ਮਹਿ ਹੋਵਤ ਅਵਨੀਕਾ। ਜਿਸ ਨਗਰ ਦੇ ਵਿੱਚ ਹੋਵਤ ਅਵਨੀਕਾ, ਅਵਨੀ ਧਰਤੀ ਹੈ। ਜਿਸ ਪੁਰ ਮਹਿ ਹੋਵਤ, ਉਸ ਨਗਰ ਦੇ ਵਿੱਚ ਪਾਤਸ਼ਾਹ ਜੀ ਬੈਠੇ। ਤਹਿ ਬੇਦੀ ਕੁਲ ਦੀਪਾ। ਬੇਦੀ ਕੁਲ ਦੀਪਕ, ਬੇਦੀ ਵੰਸ਼ ਨੂੰ ਪ੍ਰਕਾਸ਼ ਕਰਨ ਵਾਲੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬੈਠ ਗਏ। ਨਾਮ ਦੀਪ ਕੋ ਸ਼ਾਖ ਬਤਾਇਓ। ਭਾਈ ਮਰਦਾਨੇ ਨੇ ਪੁੱਛਿਆ, ਮਹਾਰਾਜ ਇਸ ਦੀਪ ਦਾ ਨਾਮ ਕੀ ਹੈ? ਮਹਾਰਾਜ ਜੀ ਕਹਿੰਦੇ, ਭਾਈ ਮਰਦਾਨੇ ਇਸ ਦੀਪ ਦਾ ਨਾਂ ਸ਼ਾਖ ਦੀਪ ਹੈ। ਭੋਗੈ ਸੁਖ ਵਿਸਾਲ ਮਨ ਭਾਇਓ। ਇੱਥੋਂ ਦੇ ਲੋਕ ਬੇਅੰਤ ਮਨ ਭਾਉਂਦੇ ਸੁੱਖਾਂ ਨੂੰ ਭੋਗਦੇ ਹਨ। ਗੁਰ ਅਵਲੋਕੇ ਜਬ ਨਰ ਨਾਰੀ। ਜਦੋਂ ਭਾਈ ਮਾਈ ਭਾਈ ਜਿੰਨੇ ਵੀ ਸਤਿਗੁਰਾਂ ਦੇ ਦਰਸ਼ਨ ਕੀਤੇ। ਕਲਾਵਾਨ ਜਾਣੇ ਤਬ ਭਾਰੀ। ਤਾਂ ਮਹਾਰਾਜ ਨੂੰ ਵੱਡੇ ਕਲਾਵਾਨ ਕਰਾਮਾਤੀ ਸ਼ਕਤੀਮਾਨ ਵਾਲੇ ਜਾਣਿਆ ਹੈ। ਆਨ ਉਪਾਇਨ ਧਰਹਿ ਅਗਾਰੀ। ਤੇ ਮਹਾਰਾਜ ਦੇ ਅੱਗੇ ਲਿਆ ਕਰਕੇ ਉਹਨਾਂ ਨੇ ਭੇਟਾਂ ਰੱਖੀਆਂ ਹਨ। ਬੰਦਹਿ ਚਰਨ ਕਮਲ ਸੁਖਕਾਰੀ। ਜੋ ਕਿ ਸਤਿਗੁਰੂ ਦੇ ਚਰਨ ਕਮਲ ਸੁਖਦਾਇਕ ਨੇ। ਮਹਾਰਾਜ ਦੇ ਚਰਨਾਂ ਤੇ ਭਾਈ ਉਹਨਾਂ ਬੰਦਨਾ ਕੀਤੀ ਹੈ। ਬਚਨ ਸੁਨਨ ਕੀ ਲਾਲਸ ਕਰਕੇ। ਸਤਿਗੁਰੂ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣਨ ਦੀ ਇੱਛਾ ਕਰਕੇ ਬੈਠੇ ਨਿਕਟ ਭਾਉ ਔਰ ਧਰ ਕੈ। ਹਿਰਦੇ ਦੇ ਵਿੱਚ ਮਨ ਵਿੱਚ ਬਹੁਤ ਪ੍ਰੇਮ ਭਾਵਨਾ ਧਾਰ ਕੇ ਗੁਰੂ ਸਾਹਿਬ ਜੀ ਦੇ ਕੋਲ ਬੈਠ ਗਏ। ਤਿਨ ਭਾਖਾ ਮੈਂ ਕਹੈ ਗੁਸਾਈ। ਹੁਣ ਮਾਲਕ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਉਹਨਾਂ ਦੀ ਭਾਸ਼ਾ ਵਿੱਚ ਉਹਨਾਂ ਨੂੰ ਉਪਦੇਸ਼ ਬਚਨ ਕਰਦੇ ਹਨ। ਜਪੋ ਨਾਮ ਹੋਇ ਅੰਤ ਸਹਾਈ। ਭਾਈ ਪਰਮੇਸ਼ਰ ਦਾ ਨਾਮ ਜਪੋ, ਜੋ ਅੰਤ ਦੇ ਸਮੇਂ ਇਹੀ ਸਹਾਈ ਹੋਣਾ ਹੈ। ਜਹ ਕੀ ਚੇਤਨ ਸੱਤਾ ਐਸੀ।
ਜਿਸ ਪ੍ਰਮਾਤਮਾ ਦੀ ਜਿਹੜੀ ਚੇਤਨ ਸੱਤਾ ਸ਼ਕਤੀ ਉਹ ਇਸ ਤਰ੍ਹਾਂ ਹੈ, ਹਾਰ ਪਰੇ ਸਭ ਲਖ ਹੈ ਨ ਕੈਸੀ। ਉਹ ਐਸੀ ਬੇਅੰਤ ਹੈ ਭਾਈ, ਉਸ ਨੂੰ ਪੂਰਨ ਤੌਰ ਤੇ ਜਾਣਨ ਦੀ ਕੋਸ਼ਿਸ਼ ਕਰਨ ਵਾਲੇ ਹੰਭ ਹਾਰ ਗਏ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਜਿਹੜੀ ਸੱਤਾ ਸ਼ਕਤੀ ਹੈ, ਉਹਨੂੰ ਕੋਈ ਪੂਰਨ ਤੌਰ ਤੇ ਬ੍ਰਹਮ ਨੂੰ ਜਾਣ ਨਹੀਂ ਸਕੇ। ਸੂਛਮ ਅਤਿਸੈ ਗੁਪਤ ਮਹਾਨੇ। ਜੋ ਕਹੀਏ ਕਿ ਬਹੁਤ ਹੀ ਸੂਖਮ ਹੈ, ਅਤੀ ਸੂਖਮ ਔਰ ਮਹਾ ਗੁਪਤ, ਬਹੁਤ ਗੁਪਤ ਹੈ। ਮਨ ਜਨ ਸਭ ਹੈ ਬੇਅੰਤ ਬਖਾਨੇ। ਜਿਤਨੇ ਰਿਸ਼ੀ ਮੁਨੀ ਹਨ ਉਹ ਸਾਰੇ ਭਾਈ ਬੇਅੰਤ ਹੀ ਪਰਮੇਸ਼ਰ ਨੂੰ ਕਹਿੰਦੇ ਨੇ। ਤਿਹ ਕੀ ਸਰਨ ਪਰੋ ਸੁਖ ਪਾਵੋ। ਮਹਾਰਾਜ ਕਹਿੰਦੇ ਭਾਈ ਉਸ ਐਸੇ ਬ੍ਰਹਮ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਕੇ ਆਤਮਿਕ ਸੁੱਖ ਦੀ ਪ੍ਰਾਪਤੀ ਕਰੋ। ਮਨ ਮਲੀਨਤਾ ਸਰਬ ਮਿਟਾਵੋ। ਜਿਹੜੀ ਮਨ ਦੇ ਵਿੱਚ ਵਿਸ਼ੇ ਵਿਕਾਰਾਂ ਦੀ ਮਲੀਨਤਾ ਹੈ ਉਹ ਸਾਰੀ ਦੂਰ ਕਰ ਲਵੋ। ਵਿਸ਼ੈ ਆਨੰਦ ਅਲਪ ਪਹਿਚਾਨੋ। ਇੱਕ ਹੁੰਦਾ ਗੁਰਮੁਖੋ ਬ੍ਰਹਮ ਆਨੰਦ, ਇੱਕ ਹੁੰਦਾ ਵਿਸ਼ੇ ਆਨੰਦ। ਵਿਸ਼ੇ ਵਿਕਾਰ ਪਦਾਰਥੀ ਆਨੰਦ, ਉਹਨੂੰ ਵਿਸ਼ੇ ਆਨੰਦ ਕਿਹਾ। ਉਹ ਮਹਾਰਾਜ ਕਹਿੰਦੇ ਭਾਈ ਥੋੜਾ ਜਾਣੋ, ਅਲਪ। ਹੁਣ ਜਿਵੇਂ ਇਹ ਛਿਨ ਮਾਤਰੀ ਹੁੰਦਾ ਨਾ, ਭੁੱਖ ਲੱਗੀ ਹੈ, ਪ੍ਰਸ਼ਾਦਾ ਮਿਲ ਗਿਆ, ਛਕਿਆ, ਆਨੰਦ ਆ ਗਿਆ, ਪਰ ਉਹ 5-10 ਮਿੰਟ ਬਾਅਦ ਖੇਦ ਖਤਮ ਹੈ। ਪਿਆਸ ਬਹੁਤ ਲੱਗੀ, ਜਲ ਮਿਲ ਗਿਆ, ਛਕ ਲਿਆ, ਪਿਆਸ ਮਿਟ ਗਈ, ਕਹਿੰਦਾ ਆਨੰਦ ਆ ਗਿਆ। ਲੇਕਿਨ ਉਹ ਕੁਝ ਸਮੇਂ ਦਾ ਛਿਨ ਮਾਤਰ ਹੈ। ਜਿਹੜਾ ਬ੍ਰਹਮ ਆਨੰਦ ਹੈ ਉਹ ਭਾਈ ਜਾਂ ਭਜਨਾਨੰਦ ਕਿਹਾ ਪਰਮਾਤਮਾ ਦੇ ਨਾਮ ਸਿਮਰਨ ਦਾ, ਉਹ ਸਦੀਵੀ ਹੈ। ਸਾਹਿਬ ਜੀ ਕਹਿੰਦੇ ਵਿਸ਼ੈ ਆਨੰਦ ਅਲਪ ਪਹਿਚਾਨੋ। ਇਹਨੂੰ ਅਲਪ, ਥੋੜਾ ਭਾਵ ਅਲਪ ਮਾਤਰ ਜਾਈ ਭਾਈ ਜਾਣੋ। ਨੀਰ ਕਟੋਰੇ ਕੇ ਸਮਝਾਨੋ। ਇਹ ਇਉਂ ਜਾਣ ਲਓ ਕਿ ਜਿਵੇਂ ਕਟੋਰੇ ਦੇ ਵਿੱਚ ਪਾਣੀ ਹੈ, ਉਹ ਹੁਣ ਕਿੰਨਾ ਕੁ ਸਮਾਂ ਤੁਹਾਡਾ ਲੰਘਾ ਦੇਵੇਗਾ, ਉਸ ਦੇ ਵਾਂਗੂ ਇਸ ਨੂੰ ਜਾਣ ਲਵੋ। ਬਹੁਰ ਸੁਨੋ ਭਜਨ ਆਨੰਦ ਜੋ। ਫੇਰ ਮਹਾਰਾਜ ਕਹਿੰਦੇ ਜਿਹੜਾ ਭਜਨ ਆਨੰਦ ਹੈ, ਭਜਨਾਨੰਦ, ਉਸ ਬਾਰੇ ਸੁਣ ਲਓ। ਦਦ ਕੋ ਨੀਰ ਲਖੋ ਮਨ ਸੋ। ਉਹ ਕਹਿੰਦੇ ਭਾਈ ਇਉਂ ਜਾਣ ਲਓ ਜਿਵੇਂ ਸਮੁੰਦਰ ਦਾ ਪਾਣੀ ਹੈ। ਇਹ ਮਨ ਵਿੱਚ ਭਜਨ ਆਨੰਦ ਦਾ ਜਿਹੜਾ ਹੈ, ਇਹ ਸਮੁੰਦਰ ਦੇ ਜਲ ਵਾਂਗੂ ਹੈ। ਸਮੁੰਦਰ ਦੇ ਵਿੱਚੋਂ ਕਿੰਨਾ ਜਲ ਕੋਈ ਕੱਢ ਲੇ, ਉਹਦੇ ਵਿੱਚ ਘਾਟਾ ਊਣਤਾ ਹੀ ਨਹੀਂ ਆਉਂਦੀ ਹੈ। ਉਸ ਭਜਨ ਆਨੰਦ ਨੂੰ ਮਹਾਰਾਜ ਕਹਿੰਦੇ ਇਸ ਤਰ੍ਹਾਂ ਜਾਣੋ। ਦੋਖ ਬਹੀਨ ਸਦਾ ਇੱਕ ਸਾਰਾ। ਫਿਰ ਇਹ ਹੈ ਕਿ ਦੋਸ਼ ਤੋਂ ਬਹੀਨ ਹੈ। ਜਿਵੇਂ ਕੋਈ ਗਲਾਸ ਠੂਠੇ ਵਿੱਚ ਪਾਇਆ ਜਲ ਹੈ, ਉਹ ਗੁਰਮੁਖੋ ਝੂਠਾ ਵੀ ਹੋਊਗਾ, ਉਹ ਝੂਠੇ ਹੋਣ ਦਾ ਉਹਦੇ ਵਿੱਚ ਦੋਸ਼ ਹੈ। ਲੇਕਿਨ ਸਮੁੰਦਰ ਦੇ ਵਿੱਚ ਇਹ ਦੋਸ਼ ਨਹੀਂ ਹੈ। ਹੁਣ ਸਮੁੰਦਰ ਝੂਠਾ ਨਹੀਂ ਹੁੰਦਾ, ਉੱਥੇ ਹੀ ਦੁਨੀਆ ਨਹਾਈ ਜਾਂਦੀ ਹੈ, ਕਿੰਨੇ ਦੋ ਦੁਨੇ ਵਿੱਚੇ ਤੁਰੇ ਫਿਰਦੇ ਆ। ਉਸੇ ਹੀ ਜਲ ਨੂੰ ਸੋਧ ਕੇ ਉਹਦੇ ਵਿੱਚੋਂ ਹੀ ਦੇਖੋ ਕੋਈ ਲੂਣ ਕੱਢੀ ਜਾਂਦਾ ਹੈ, ਕੋਈ ਉਸੇ ਨੂੰ ਹੀ ਸਮੁੰਦਰ ਦੇ ਜਲ ਨੂੰ ਸੋਧ ਕਰਕੇ ਪੀਣ ਵਾਲਾ ਬਣਾ ਲੈਂਦਾ ਹੈ। ਕਹਿਣ ਦਾ ਭਾਵ ਅੱਗੇ ਤਾਂ ਬਜ਼ੁਰਗ ਹੁੰਦੇ ਸੀ, ਆਮ ਆਪਾਂ ਵੇਖਦੇ ਰਹੇ ਆ, ਖੇਤਾਂ ਚੌਲੂਆਂ 'ਚ ਪਾਣੀ ਖੜਾ ਹੁੰਦਾ ਸੀ ਕਈ ਦਿਨਾਂ ਦਾ, ਉਵੇਂ ਹੀ ਉੱਥੇ ਪੀ ਲੈਂਦੇ ਸਨ। ਤੇ ਉਹ ਬਜ਼ੁਰਗਾਂ ਦੀ ਇਹ ਕਹਾਵਤ ਸੀ ਵੀ 40 ਮਣ ਪਾਣੀ ਹੋਵੇ ਉਹ ਝੂਠਾ ਨਹੀਂ ਹੁੰਦਾ। ਤੇ ਇਹ ਸਮੁੰਦਰ ਦੇ ਜਲ ਵਿੱਚ ਦੋਸ਼ ਵਿਹੀਨ ਸਦਾ ਇੱਕ ਸਾਰਾ। ਉਹ ਇਹੋ ਜਿਹੇ ਦੋਸ਼ ਨਹੀਂ ਹਨ ਉਹਦੇ ਵਿੱਚ, ਸਦਾ ਇੱਕ ਸਾਰ ਹੈ। ਜੇ ਪਾਵੈ ਤੇ ਤਰਹਿ ਸੰਸਾਰਾ। ਇਹ ਭਜਨ ਆਨੰਦ ਦਾ ਫਲ ਹੈ ਕਿ ਜਿਹੜਾ ਕੋਈ ਪਾ ਲੈਂਦਾ ਹੈ, ਮਹਾਰਾਜ ਕਹਿੰਦੇ ਭਾਈ ਉਹ ਸੰਸਾਰ ਤੋਂ ਤਰ ਜਾਂਦਾ ਹੈ। ਜਾਂ ਤੇ ਤੁਮ ਜਪ ਕਰ ਸ੍ਰੀ ਨਾਮੂ। ਇਸ ਕਰਕੇ ਭਾਈ ਤੁਸੀਂ ਵਾਹਿਗੁਰੂ ਪਰਮੇਸ਼ਰ ਦਾ ਸੁਭਾਏਮਾਨ ਨਾਮ ਜਪ ਕਰ। ਪਾਏ ਗਿਆਨ ਪਹੁੰਚੋ ਸੁਖ ਧੰਮ। ਗਿਆਨ ਦੀ ਪ੍ਰਾਪਤੀ ਕਰਕੇ ਸੁੱਖਾਂ ਦੇ ਧਾਮ ਪਰਮੇਸ਼ਰ ਦੇ ਚਰਨ ਦਰਬਾਰ ਵਿੱਚ ਪਹੁੰਚ ਜਾਵੋਗੇ। ਇਹੋ ਤਨ ਕਰਮ ਤਰੋਵਰ ਜਾਨੋ। ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਸਰੀਰ ਹੈ,
ਇਹ ਜਾਣੋ ਕਿ ਜਿਵੇਂ ਕਰਮਾਂ ਦਾ ਦਰਖਤ ਹੈ, ਕਰਮ ਸਰੋਵਰ, ਤਾਂ ਕਰਮ ਤਰੋਵਰ, ਤਰੋਵਰ ਨਾਮ ਦਰਖਤ ਦਾ ਹੈ, ਇਹਨੂੰ ਕਰਮ ਰੂਪੀ ਦਰਖਤ ਜਾਣੋ। ਹੋਇ ਅਰੋਗਤਾ ਸ਼ਾਖਾ ਮੰਨਹੁ, ਤੇ ਇਹ ਜਾਣੋ ਜਿਵੇਂ ਦਰਖਤ ਹੈ, ਦਰਖਤ ਤੋਂ ਤਾਂ ਜੇ ਉਹਦੀਆਂ ਸ਼ਾਖਾਵਾਂ ਵਧੀਆ ਹੋਣ। ਤੇ ਇਹ ਜਿਹੜਾ ਤਨ ਹੈ, ਇਹ ਭਾਈ ਇਉਂ ਜਾਣੋ ਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਹੈ ਜਦੋਂ ਜਪਣਾ ਸ਼ੁਰੂ ਕਰਤਾ ਕਿਰਪਾ ਹੁੰਦੀ ਹੈ। ਇਹੋ ਤਨ ਕਰਮ ਤਰੋਵਰ ਜਾਣੋ, ਇਹ ਸਰੀਰ ਨੂੰ ਕਰਮ ਰੂਪੀ ਦਰਖਤ ਜਾਣੋ। ਹੋਇ ਅਰੋਗਤਾ ਸ਼ਾਖਾ ਮਾਨੋ, ਅਰੋਗਤਾ ਰੋਗ ਰਹਿਤ ਹੋਣਾ, ਇਸ ਦੀਆਂ ਸ਼ਾਖਾਵਾਂ ਮੰਨ ਲਵੋ। ਜਲ ਸਿੰਚਨ ਕਰਨੋ ਧਰਮ ਹੀ ਕਾ, ਤੇ ਫਿਰ ਜਿਵੇਂ ਪਾਣੀ ਪਾਉਂਦੇ ਆ ਦਰਖਤ ਨੂੰ, ਜਲ ਸਿੰਜਣਾ, ਉਹ ਜਾਣੋ ਕਹਿੰਦੇ ਕਰਨੋ ਧਰਮ ਹੀ ਕਾ, ਧਰਮ ਕਰਮ ਜਿਹੜੇ ਕਰਨੇ ਨੇ ਇਹ ਗੁਰਮੁਖੋ ਇਸ ਦਰਖਤ ਨੂੰ ਸਿੰਜਣ ਵਾਂਗ ਹੈ। ਸਿਮਰਨ ਨਾਮ ਪੁਸ਼ਪ ਭਾਨੀਕਾ, ਫਿਰ ਸਿਮਰਨ ਕਰਨਾ, ਇਹ ਜਾਣੋ ਕਿ ਇਸ ਦਰਖਤ ਨੂੰ ਨਾਮ ਸਿਮਰਨ ਜਿਹੜਾ ਹੈ ਇਹ ਸ਼ੁਭ ਫੁੱਲ ਲੱਗਣੇ ਹਨ। ਭਇਓ ਗਿਆਨ ਫਲ ਲਾਗਿਓ ਰੂਰਾ, ਫਿਰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਹ ਜਾਣੋ ਕਿ ਸੁੰਦਰ ਫਲ ਲੱਗ ਗਿਆ, ਜਿਹਨੂੰ ਗਿਆਨ ਮਿਲ ਗਿਆ, ਗਿਆਨ ਰੂਪੀ ਫਲ ਲੱਗ ਗਿਆ। ਮਗਨ ਆਨੰਦ ਰਹਿਓ ਰਸ ਪੂਰਾ, ਐਸਾ ਫਿਰ ਜਿਹੜਾ ਪੁਰਸ਼ ਹੈ ਉਹ ਭਾਈ ਪੂਰਨ ਰੂਪ ਦੇ ਵਿੱਚ ਆਨੰਦ ਦੇ ਰਸ ਵਿੱਚ ਮਗਨ ਹੋ ਜਾਂਦਾ ਹੈ। ਆਸ ਉਪਦੇਸ਼ ਦੀਨ ਤਹਿਤਾਈ, ਇਸ ਤਰ੍ਹਾਂ ਮਹਾਰਾਜ ਨੇ ਉਹਨਾਂ ਨੂੰ ਉਪਦੇਸ਼ ਦੇ ਕਰ ਸਿੱਖ ਤੈਨੂੰ ਕਰ ਚੱਲੇ ਗੁਸਾਈ। ਮਾਲਕ ਸਤਿਗੁਰੂ ਜੀ ਉਹਨਾਂ ਨੂੰ ਸਿੱਖ ਬਣਾ ਕੇ ਹੁਣ ਭਾਈ ਅੱਗੇ ਚੱਲੇ ਹਨ। 32 ਲੱਖ ਜੋਜਨ ਵਿਸਥਾਰਾ, ਹੁਣ 32 ਲੱਖ ਜੋਜਨ ਦਾ ਏਡਾ ਵਿਸਥਾਰ ਹੈ। ਮਦ ਸਾਗਰ ਕੋ ਆਏ ਪਾਰਾ, ਜੋ ਮਹਾਰਾਜ ਮਦ ਸ਼ਹਿਦ ਰੂਪੀ ਸ਼ਹਿਦ ਦੇ ਸਾਗਰ ਤੋਂ ਵੀ ਪਾਰ ਆ ਗਏ। 32 ਲੱਖ ਜੋਜਨ ਪਰਮਾਨਾ, ਇਹ 32 ਲੱਖ ਜੋਜਨ ਦਾ ਪ੍ਰਮਾਨ ਹੈ। ਪਾਰ ਗਏ ਤਹ ਕਿਰਪਾ ਨਿਧਾਨਾ, ਕਿਰਪਾ ਨਿਧਾਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਬਾਲੇ ਮਰਦਾਨੇ ਸਮੇਤ ਪਾਰ ਕਰ ਗਏ ਇਸ ਨੂੰ। ਆਵਾ ਪੁਸ਼ਕਰ ਦੀਪ ਅਗਾਰੀ, ਹੁਣ ਅੱਗੇ ਜਿਹੜਾ ਦੀਪ ਉਹਦਾ ਨਾਂ ਹੈ ਪੁਸ਼ਕਰ ਦੀਪ, ਉਹ ਆ ਗਿਆ ਹੈ। ਪਹੁੰਚੇ ਤਹਿ ਕੇ ਜਾਏ ਮਝਾਰੀ, ਉਸ ਦੀਪ ਦੇ ਵਿੱਚ ਮਹਾਰਾਜ ਜੀ ਜਾ ਪਹੁੰਚੇ ਹਨ। ਬੈਠੇ ਏਕ ਨਗਰ ਕੇ ਮਾਹੀ, ਇੱਕ ਨਗਰ ਦੇ ਵਿੱਚ ਮਹਾਰਾਜ ਬੈਠ ਗਏ। ਸਤਿਨਾਮ ਉਪਦੇਸ਼ਤ ਤਾਹੀ, ਉਥੋਂ ਦੇ ਲੋਕਾਂ ਨੂੰ ਸੱਚੇ ਨਾਮ ਜਪਣ ਦਾ ਉਪਦੇਸ਼ ਦਿੱਤਾ। ਕਰਨੀ ਸੰਤਨ ਸੇਵ ਸਿਖਾਈ, ਔਰ ਸਤਪੁਰਸ਼ ਜਿਹੜੇ ਗੁਰਮੁਖ ਹੈ ਸੰਤ ਪੁਰਸ਼, ਉਹਨਾਂ ਦੀ ਭਾਈ ਸੇਵਾ ਕਰਨੀ ਸਿਖਾਈ। ਭਾਉ ਭਗਤ ਅਬਿਰਾਮ ਦ੍ਰਿੜਾਈ, ਪ੍ਰੇਮਾ ਭਗਤੀ ਜੋ ਅਬਿਰਾਮ ਸੁੰਦਰ ਪ੍ਰੇਮਾ ਭਗਤੀ ਹੈ ਉਹ ਮਹਾਰਾਜ ਨੇ ਦ੍ਰਿੜ ਕਰਵਾਈ। ਤਹਿ ਤੇ ਚੱਲ ਪਹੁੰਚੇ ਪ੍ਰਭ ਤਹਿਵਾ, ਉਥੋਂ ਚੱਲ ਕਰਕੇ ਮਹਾਰਾਜ ਉਸ ਜਗ੍ਹਾ ਪਹੁੰਚੇ। ਖੁੱਤੋ ਸਪਤਮਾ ਸਾਗਰ ਜਹਿਵਾ, ਜਿੱਥੇ ਭਾਈ ਸੱਤਵਾਂ ਸਾਗਰ ਹੈ। ਤਟ ਪਰ ਠਾਡੇ ਕਿਰਪਾ ਨਿਧਾਨਾ, ਕਿਰਪਾ ਨਿਧਾਨ ਸਤਿਗੁਰੂ ਜੀ ਕਿਨਾਰੇ ਪਰ ਖੜ ਗਏ। ਮਰਦਾਨੇ ਸੋ ਬਚਨ ਬਖਾਨਾ, ਭਾਈ ਮਰਦਾਨੇ ਨੂੰ ਸਤਿਗੁਰਾਂ ਨੇ ਬਚਨ ਕਹੇ। ਇਹੀ ਸਪਤਮੋ ਦੀਪ ਜਨੀਜੈ, ਮਹਾਰਾਜ ਕਹਿੰਦੇ ਭਾਈ ਮਰਦਾਨਿਆ ਇਸ ਨੂੰ 7ਵਾਂ ਦੀਪ ਜਾਣ ਲੈ। 64 ਲੱਖ ਜੋਜਨ ਲੱਖ ਲੀਜੈ, ਇਹਦਾ ਵਿਸਥਾਰ ਮਹਾਰਾਜ ਕਹਿੰਦੇ 64 ਲੱਖ ਜੋਜਨ ਜਾਣ ਲੈ। ਇਸ ਸਮਾਨ ਇਹੋ ਸਾਗਰ ਜਾਨੋ, ਇਹਦੇ ਵਾਂਗੂ ਇਸ ਸਪਤਵੇਂ ਸਾਗਰ ਨੂੰ ਜਾਣ ਲੈ। ਮਿਸ਼ਟ ਨੀਰ ਕੋ ਸਰਬ ਪਛਾਨੋ,
ਤੇ ਇਹ ਜਿਹੜਾ ਪਾਣੀ ਹੈ ਸਤਵੇਂ ਸਾਗਰ ਦਾ, ਇਹ ਮਿਸਟ ਹੈ, ਮਿੱਠਾ ਹੈ। ਜਿਵੇਂ ਵੱਖ-ਵੱਖ ਤਰ੍ਹਾਂ ਦੇ ਸਮੁੰਦਰਾਂ ਦੇ ਵਿੱਚ ਪਾਣੀ ਹਨ, ਇਹਨੂੰ ਸਾਰੇ ਨੂੰ ਮਹਾਰਾਜ ਕਹਿੰਦੇ ਮਿੱਠਾ ਜਲ ਜਾਣ ਲੈ। ਸੁਣ ਕੇ ਪ੍ਰਸ਼ਨ ਕੀਨ ਮਰਦਾਨੇ, ਇਹ ਸੁਣ ਕਰਕੇ ਭਾਈ ਮਰਦਾਨੇ ਨੇ ਪ੍ਰਸ਼ਨ ਕੀਤਾ, ਇਸ ਤੇ ਪਰ ਕਿਆ ਕਹੋ ਬਖਾਨੇ। ਮਹਾਰਾਜ ਫਿਰ ਇਹ ਤੋਂ ਪਰੇ ਕੀ ਹੈ, ਉਹ ਵੀ ਕਿਰਪਾ ਕਰਕੇ ਦੱਸੋ। ਰਹਿ ਕੌਣ ਕੈਸੀ ਹੈ ਧਰਨੀ, ਇਹ ਅੱਗੇ ਕੌਣ ਰਹਿੰਦਾ ਤੇ ਧਰਤੀ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੈ। ਪਹੁੰਚੈ ਤਾਹਾਂ ਕੌਣ ਕਰ ਕਰਨੀ, ਤੇ ਉਸ ਜਗ੍ਹਾ ਤੇ ਕੌਣ ਕਿਹੜਾ ਐਸੀ ਕਰਨੀ, ਕੋਈ ਕਿਹੜੇ ਕਰਮ ਕਰਕੇ ਕੈਸੀ ਕਰਨੀ ਪੈਂਦੀ ਹੈ ਕਿ ਉਸ ਜਗ੍ਹਾ ਤੇ ਕੌਣ ਪਹੁੰਚਦਾ ਹੈ। ਅੰਤਰਜਾਮੀ ਗਿਰਾ ਉਚਾਰੀ, ਤਾਂ ਅੰਤਰਜਾਮੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਚਨ ਕਹੇ, ਸੁਰ ਨਰ ਦਾਨੋ ਕੋ ਨਾ ਅਗਾਰੀ। ਮਹਾਰਾਜ ਕਹਿੰਦੇ ਸੁਰ ਨਰ, ਕੋਈ ਵੀ ਭਾਈ ਮਰਦਾਨਿਆਂ ਨੇ ਤੋਂ ਅੱਗੇ ਸੁਰ ਦੇਵਤਾ ਨਰ ਪ੍ਰਾਣੀ ਦਾਨੋ, ਕੋਈ ਦਾਨਵ ਵਗੈਰਾ ਕੁਛ ਨਹੀਂ ਹੈ ਅੱਗੇ। ਕੰਚਨ ਕੀ ਛਿਤ ਕੇਤਕ ਜਾਨਾ, ਇਹ ਜਾਣ ਲੈ ਵੀ ਅੱਗੇ ਕੰਚਨ ਦੀ ਹੋਈ ਛਿਤ ਨਾਮ ਧਰਤੀ ਹੈ। ਤੇਹ ਤੇ ਪਰੈ ਪਹਾੜ ਮਹਾਨਾ, ਉਹ ਤੋਂ ਪਰੇ ਫਿਰ ਬਹੁਤ ਵੱਡੇ ਵੱਡੇ ਮਹਾਰਾਜ ਕਹਿੰਦੇ ਮਹਾਨ ਪਹਾੜ ਹਨ। ਲੋਕਾ ਲੋਕ ਨਾਮ ਹੈ ਜਾਂ ਕੋ, ਤੇ ਇਹਦਾ ਜਿਹੜਾ ਨਾਮ ਹੈ ਲੋਕਾ ਲੋਕ ਹੈ। ਲੋਕਾ ਲੋਕ ਭਾਵ ਇਸ ਦਾ ਇਸ ਤਰ੍ਹਾਂ ਲੋਕਾ ਲੋਕ ਨਾਮ ਜਿਸ ਜਾਂ ਕੋ ਜਿਸ ਦਾ ਨਾਮ ਹੈ। ਬਹੁ ਬਿਸਥਾਰ ਜਾਨੀਐ ਤਾਂ ਕੋ, ਮਹਾਰਾਜ ਕਹਿੰਦੇ ਭਾਈ ਮਰਦਾਨੇ ਦਾ ਵਿਸਥਾਰ ਜਿਹੜਾ ਹੈ ਉਹ ਬਹੁਤ ਜਾਣਿਆ ਜਾਂਦਾ ਹੈ। ਚੌਫੇਰੇ ਦੀਪਨ ਕੇ ਸੋ, ਇਹਨਾਂ ਦੀਪਾਂ ਦੇ ਆਲੇ ਦੁਆਲੇ ਚਾਰੇ ਪਾਸੇ ਹੀ ਕੁਝ ਹੈ। ਤਿਸ ਤੇ ਪਰੇ ਨਯਬਨੀ ਕੋ, ਤੇ ਉਸ ਤੋਂ ਅੱਗੇ ਮਹਾਰਾਜ ਕਹਿੰਦੇ ਫਿਰ ਹੋਰ ਧਰਤੀ ਨਹੀਂ ਹੈ। ਉਸ ਤੋਂ ਅੱਗੇ ਧਰਤੀ, ਜਿਵੇਂ ਧਰਤੀ ਦਾ ਵੀ ਤਾਂ ਅੰਤ ਹੈ ਨਾ, ਉਹ ਤੋਂ ਅੱਗੇ ਨਹੀਂ। ਅਸ ਕਹਿ ਸ੍ਰੀ ਗੁਰ ਲੀਨ ਉਡਾਰੀ, ਇਸ ਤਰ੍ਹਾਂ ਕਹਿ ਕੇ ਸਤਿਗੁਰਾਂ ਨੇ ਭਾਈ ਜਿਹੜਾ ਹੈ ਉਡਾਰੀ ਲਈ ਪੌਣ ਸਮਾਨ ਹੋਏ ਹਨ। ਜੰਬੂ ਆਵਨ ਇੱਛਾ ਧਾਰੀ, ਤੇ ਜੰਬੂ ਦੀਪ ਦੇ ਵਿੱਚ ਆਉਣ ਦੀ ਹੁਣ ਇੱਛਾ ਕਰ ਲਈ ਹੈ। ਮਨ ਚਿਤਵਨ ਜਿਉ ਤਹਿ ਤੇ ਧਾਏ, ਇਉ ਮਨ ਦੀ ਚਿਤਵਨੀ, ਮਨ ਦੀ ਸਵਾਰੀ ਚਿਤਵਿਆ ਤੇ ਆ ਜਾਣਾ। ਜਿਵੇਂ ਮਹਾਰਾਜ ਜੀ ਉਸ ਤੇ ਭਾਈ ਅਸਵਾਰ ਹੋਏ ਮਨ ਦੀ ਚਿਤਵਨੀ ਕਰ, ਸਰਬ ਦੀਪ ਤਜ ਕਰ ਸੋ ਆਏ, ਤੇ ਸਾਰੇ ਜਿੰਨੇ ਦੀਪ ਆ ਉਹ ਛੱਡ ਕਰਕੇ ਲੰਘ ਕਰਕੇ ਆ ਗਏ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ, ਇੱਥੇ ਤੱਕ ਭਾਈ ਜੋ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਹੈ, ਪ੍ਰਥਮ ਮਹੱਲੇ ਪਹਿਲੇ ਮਹੱਲੇ ਦੇ ਸਪਤ ਦੀਪਨ ਪ੍ਰਸੰਗ ਵਰਣਨ, 7 ਦੀਪਾਂ ਦਾ ਜੋ ਪ੍ਰਸੰਗ ਹੈ ਉਹ ਵਰਣਨ ਕੀਤਾ ਹੈ। ਨਾਮ 47ਵਾਂ ਮੰਦਰ ਹੈ। ਇਹ ਭਾਈ 47ਵੇਂ ਘਰ ਦਾ ਪ੍ਰਸੰਗ ਹੈ। 2 ਹੋਰਾ ਅੱਗੇ 48ਵੇਂ ਘਰ ਦਾ ਹੁਣ ਪ੍ਰਸੰਗ ਦੱਸ ਰਹੇ ਹਨ। ਸਪਤ ਸਾਗਰਨ ਮਹਿ ਬਸੈ, ਜੋ ਨਰ ਭਵ ਕੇ ਮਾਹੇ। ਜੋ ਵੀ ਭਾਈ 7 ਸਾਗਰਾਂ ਦੇ ਵਿੱਚ ਕੋ ਜਿੰਨੇ ਵੀ ਕੋਈ ਬਸ ਰਹੇ ਨੇ ਪ੍ਰਾਣੀ ਭਵ ਕੇ ਇਸ ਧਰਤੀ ਦੇ ਵਿੱਚ, ਇਸ ਸੰਸਾਰ ਦੇ ਵਿੱਚ, ਤਿਨ ਕੋ ਸ਼ੁਭ ਉਪਦੇਸ਼ ਦੇ ਪੁਨ ਉੱਤਰ ਗਿਰ ਆਹੇ। ਉਹਨਾਂ ਸਾਰਿਆਂ ਨੂੰ ਉਪਦੇਸ਼ ਦੇ ਕਰਕੇ ਫਿਰ ਮਹਾਰਾਜ ਜੀ ਉੱਤਰ ਗਿਰ ਨਾਮ ਪਹਾੜ ਦਾ ਇੱਧਰ ਆ ਗਏ ਹਨ। ਚੌਪਈ ਜੋ ਕਸ਼ਮੀਰ ਕਹਾਵਤ ਦੇਸਾ, ਜੋ ਭਾਈ ਦੇਸ਼ ਇਲਾਕਾ ਕਸ਼ਮੀਰ ਕਹਾਉਂਦਾ ਹੈ। ਤਹਾਂ ਆਏ ਪਹੁੰਚੇ ਜਗਤੇਸ਼ਾ, ਜਗਤ ਈਸ਼ਵਰ ਮਹਾਰਾਜ ਜੀ ਇੱਥੇ ਆ ਪਹੁੰਚੇ ਹਨ। ਪਿਖ ਸੁੰਦਰ ਥਲਪੁਰੀ ਸਮੀਪਾ, ਇੱਕ ਭਾਈ ਬਹੁਤ ਸੋਹਣੇ ਜਗ੍ਹਾ ਦੇ ਉੱਤੇ
ਪੁਰੀ ਨਗਰ ਵੇਖ ਕੇ ਮਹਾਰਾਜ ਉਸ ਦੇ ਨੇੜੇ ਬੈਠ ਗਏ। ਬੇਦੀ ਕੁਲ ਦੀਪਾ, ਬੇਦੀ ਕੁਲ ਨੂੰ ਦੀਪਕ ਭਾਵ ਪ੍ਰਕਾਸ਼ ਕਰਨ ਵਾਲੇ ਮਹਾਰਾਜ ਜੀ ਬੈਠ ਗਏ। ਤਹ ਇੱਕ ਪੰਡਤ ਰਹਿਤ ਸੁਜਾਨਾ, ਉੱਥੇ ਭਾਈ ਇੱਕ ਸਿਆਣਾ ਪੰਡਤ ਰਹਿੰਦਾ ਸੀ, ਬਹੁਤ ਵਿਦਵਾਨ। ਸਭ ਵਿਦਿਆ ਮਹਿਨੇ ਪੁੰਨ ਮਹਾਨਾ, ਜੋ ਸਾਰੇ ਧਰਮ ਗ੍ਰੰਥਾਂ ਦੀ ਵਿਦਿਆ ਦੇ ਵਿੱਚ ਬਹੁਤ ਜ਼ਿਆਦਾ ਨਿਪੁੰਨ ਸੀ। ਸ੍ਰੀ ਨਾਨਕ ਮਹਿਮਾ ਤੈਨ ਸੁਣੀ, ਤੇ ਉਸਨੇ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਮਹਿਮਾ ਹੈ ਉਹ ਸਰਵਣ ਕੀਤੀ ਹੋਈ, ਸੁਣੀ ਹੋਈ ਸੀ। ਉਹਨੂੰ ਪਤਾ ਸੀ ਕਿ ਪਰਮੇਸ਼ਰ ਅਵਤਾਰ ਧੰਨ ਗੁਰੂ ਨਾਨਕ ਦੇਵ ਜੀ ਸੰਸਾਰ ਨੂੰ ਤਾਰ ਰਹੇ ਹਨ। ਦੇਖੋ ਮੈਂ ਹਿਰਦੇ ਅਸ ਗੁਨੀ, ਤੇ ਪਤਾ ਲੱਗਿਆ ਧੰਨ ਗੁਰੂ ਪਾਤਸ਼ਾਹ ਆਏ ਨੇ। ਉਹਨੇ ਆਪਣੇ ਹਿਰਦੇ ਮਨ ਵਿੱਚ ਐਸਾ ਵਿਚਾਰਿਆ ਕਿ ਮੈਂ ਵੇਖਦਾ ਕੈਸੇ ਹੈ। ਦਰਸ਼ਨ ਕਰਦੇ ਆ, ਮਿਲਦੇ ਹਾਂ। ਪੁਸਤਕ ਲੱਦੇ ਉਸਟ ਜਿਨ ਦੋ, ਇੰਨਾ ਵਿਦਵਾਨ ਸੀ। ਧਰਮ ਉਦੋਂ ਗੁਰਮੁਖੋ ਚੱਕਰਵਰਤੀ ਹੁੰਦੇ ਸੀ, ਤੁਰੇ ਫਿਰਨਾ। ਤੇ ਪੁਰਾਣੇ ਸਮਿਆਂ ਵਿੱਚ ਵੀ ਇਹੋ ਹੀ ਸਾਧਨ ਰਹੇ ਵੀ ਜਿਹੜੇ ਧਰਮ ਗ੍ਰੰਥ ਹੁੰਦੇ ਸੀ ਫਿਰ ਊਠਾਂ ਦੇ ਲੱਦ ਲੈਂਦੇ ਹੁੰਦੇ ਸਨ। ਉਸ ਨੇ ਜਿਹੜੇ ਧਰਮ ਗ੍ਰੰਥਾਂ ਦੇ ਹੋਰ ਜਿਹੜੀਆਂ ਪੁਸਤਕਾਂ ਨੇ 2 ਊਠ ਲੱਦੇ ਹੋਏ ਸਨ। ਪੁਸਤਕ ਲੱਦੇ ਉਸਟ ਜਿਨ ਦੋ, ਇਹਨੇ ਤੇ ਨਾਲ ਦੁਨੀਆ ਨੂੰ ਦਿਖਾਉਂਦੇ ਵੀ ਹੁੰਦੇ ਸੀ ਕਿ ਮੈਂ ਐਡਾ ਵਿਦਵਾਨ ਆ, ਇੰਨੇ ਪੁਸਤਕ ਮੈਂ ਪੜ੍ਹਿਆ ਹੋਇਆ ਹਾਂ। ਫਿਰ ਇਹ ਵੀ ਹੁੰਦਾ ਸੀ ਪੁਰਾਣੇ ਸਮਿਆਂ ਵਿੱਚ ਪੰਡਤ ਲੋਕ ਚਰਚਾ ਕਰਦੇ ਹੁੰਦੇ, ਜਿਹੜਾ ਚਰਚਾ 'ਚ ਹਾਰ ਜਾਂਦਾ ਸੀ ਉਹਦੀ ਪੁਸਤਕ ਲੈ ਲੈਂਦੇ ਹੁੰਦੇ ਸੀ। ਉਹਨੂੰ ਇੰਨਾ ਕੀ ਹੁੰਦਾ ਸੀ, ਉਸ ਤੋਂ ਗ੍ਰੰਥ ਖੋਹ ਲੈਂਦੇ ਸੀਗੇ, ਫਿਰ ਉਹ ਇਕੱਠੇ ਕਰੀ ਜਾਣਾ। ਇਹਨੇ 2 ਊਠ ਲੱਦੇ ਹੋਏ ਸੀ, ਇੰਨਾ ਭਾਵ ਵਿਦਵਾਨ, ਧਰਮ ਗ੍ਰੰਥ ਪੜ੍ਹਿਆ ਤੇ ਇੰਨੇ ਪੰਡਤਾਂ ਦੇ ਉੱਤੇ ਇਹਨੇ ਵਿਜੇ ਪਾਈ ਹੋਈ ਸੀ। ਗਮਨਤ ਸੰਗ ਰਹਿਤ ਹੈ ਸੋ, ਇਸ ਤਰ੍ਹਾਂ ਉਹਦੇ ਨਾਲ ਹੀ ਗਮਨਤ ਸੰਗ ਰਹਿਤ ਹੈ, ਹਮੇਸ਼ਾ ਨਾਲ ਹੀ ਚੱਲਦੇ ਸਨ। ਸਾਲ ਗ੍ਰਾਮ ਗਲੇ ਮਹਿ ਪਾਵਾ, ਸਾਲ ਗ੍ਰਾਮ ਇੱਕ ਪੱਥਰ ਹੈ। ਸ਼ਾਇਦ ਅੱਗੇ ਵੀ ਆਪਾਂ ਇਹ ਬਚਨ ਸਾਂਝਾ ਕੀਤਾ ਕਿ ਨੇਪਾਲ ਦੇ ਦੱਖਣ ਸਾਈਡ ਤੇ ਇੱਕ ਨਦੀ ਹੈ, ਉਹ ਉੱਥੋਂ ਪੱਥਰ ਨਿਕਲਦੇ ਨੇ, ਉਹ ਸਲੇਟੀ ਰੰਗ ਦੇ ਜਾਂ ਵਿੱਚ ਧਾਰੀਆਂ ਨੇ ਚਿੱਟੀਆਂ ਇਸ ਤਰ੍ਹਾਂ। ਤੇ ਉੱਥੇ ਉਹਦੇ ਨੇੜੇ ਹੁਣ ਸਾਲ ਦੇ ਦਰਖਤ ਹੈ। ਉਹ ਸਾਲ ਦੇ ਦਰਖਤ ਹੋਣ ਕਰਕੇ ਉੱਥੇ ਜਿਹੜਾ ਨਗਰ ਵਸਿਆ ਉਹਦਾ ਨਾਂ ਪੈ ਗਿਆ ਸਾਲ ਗ੍ਰਾਮ। ਤੇ ਉਸ ਜਗ੍ਹਾ ਤੋਂ ਜਿਹੜੇ ਪੱਥਰ ਨਿਕਲਦੇ ਨੇ ਉਹਨੂੰ ਸਨਾਤਨ ਧਰਮ ਦੇ ਵਿੱਚ ਵਿਸ਼ਨੂੰ ਰੂਪ ਜਾਣ ਕਰਕੇ ਉਹਨਾਂ ਪੱਥਰਾਂ ਦੀ ਪੂਜਾ ਹੁੰਦੀ। ਉਹ ਸਪੈਸ਼ਲ ਲਿਆ ਕੇ ਕੋਈ ਗਲ 'ਚ ਲਟਕਾ ਲਿਆ, ਉਹਦੀ ਪੂਜਾ ਕਰਦੇ ਨੇ। ਉਸ ਨੂੰ ਕਿਹਾ ਜਾਂਦਾ ਸਾਲ ਗ੍ਰਾਮ। ਹਰ ਇੱਕ ਪੱਥਰ ਨੂੰ ਸਾਲ ਗ੍ਰਾਮ ਨਹੀਂ ਕਹਿੰਦੇ, ਸਾਲ ਦੇ ਦਰਖਤ ਹੋਣ ਕਰਕੇ ਤੇ ਉਹਦਾ ਨਾਂ ਪੈ ਗਿਆ ਸਾਲ ਗ੍ਰਾਮ। ਉਸ ਪਿੰਡ ਦੇ ਕੋਲ ਦੀ ਲੰਘਦੀ ਇਹ ਨਦੀ ਹੈ ਜਿਹੜੀ ਇਧਰੋਂ ਬਿਹਾਰ ਵਾਲੇ ਪਾਸੋਂ ਚੱਲਦੀ ਨੇਪਾਲ ਦੇ, ਉੱਥੇ ਦੀ ਜਦੋਂ ਜਾਂਦੀ ਹੈ ਤੇ ਉਸ ਜਗ੍ਹਾ ਤੇ ਨਿਕਲੇ ਹੋਏ ਪੱਥਰਾਂ ਨੂੰ, ਉਹਦੀ ਪਿੱਛੇ ਮਨੌਤ ਵੀ ਵੱਖਰੀ ਹੈ, ਕਹਾਣੀ ਹੈ ਉਹਦੇ ਨਾਲ ਜੁੜੀ ਕਿ ਉਹਨਾਂ ਹੀ ਪੱਥਰਾਂ ਨੂੰ ਸਾਲਗ੍ਰਾਮ ਵਿਸ਼ਨੂੰ ਰੂਪ ਕਿਉਂ ਜਾਣਿਆ ਗਿਆ। ਤੋ ਸਨਾਤਨ ਹਿੰਦੂ ਧਰਮ ਦੇ ਵਿੱਚ ਉਹਨਾਂ ਨੂੰ ਗੁਰਮੁਖੋ ਪਵਿੱਤਰ ਮੰਨਿਆ ਤੇ ਉਹ ਉਸ ਦੇ ਗਲ ਵਿੱਚ ਸਾਲਗ੍ਰਾਮ ਗਲੇ ਮਹਿ ਪਾਵਾ, ਉਹਨੂੰ ਗਲ ਵਿੱਚ ਪਾਇਆ ਹੋਇਆ ਹੈ। ਤਨ ਮਹਿ ਦੁਆਦਸ ਤਿਲਕ ਲਗਾਵਾ, ਤੇ ਸਰੀਰ ਦੇ ਉੱਤੇ 12 ਤਿਲਕ ਲਾਏ ਹੋਏ ਨੇ। ਜਿਵੇਂ ਇਹ ਤਿਲਕਾਂ ਦਾ ਵੀ ਅਲੱਗ-ਅਲੱਗ ਰੂਪ ਹੈ। ਜਿਹੜੇ ਬ੍ਰਾਹਮਣ ਪੰਡਤ ਹੈ ਨਾ ਉਹਨਾਂ ਨੂੰ ਜਿਸ ਗੱਲਾਂ ਦਾ ਪਤਾ, ਉਹ 12 ਤਰ੍ਹਾਂ ਦੇ ਤਿਲਕ ਲਾਉਣੇ ਪੈਂਦੇ ਆ, ਜਿਹੜੇ ਵੱਖ-ਵੱਖ ਜਗ੍ਹਾ ਮੱਥੇ ਤੇ, ਕੋਈ ਜਿਹੜਾ ਹੈ ਮੁੱਖ ਤੇ, ਕਿਵੇਂ ਕਿ ਇਹ ਸਾਰਾ। ਤੇ ਇਹਨੂੰ 12 ਜਿਹੜੇ ਉਹਦੇ ਪੂਰੇ ਤਿਲਕ ਲਾਏ ਹੋਏ ਹਨ। ਆਇਓ ਗੁਰ ਢਿਗ ਕਹਿ ਹਰੇ ਰਾਮੂ, ਹਰੇ ਰਾਮ ਕਹਿੰਦਾ ਸਤਿਗੁਰੂ ਜੀ ਦੇ ਕੋਲ ਆਇਆ। ਵਿਦਿਆ ਅਧਿਕ ਗਰਭ ਮਤ ਖਾਮੂ, ਉਹਨੂੰ ਆਪਣੇ ਧਰਮ ਗ੍ਰੰਥਾਂ ਦੀ ਵਿਦਿਆ ਦਾ ਬਹੁਤ ਹੰਕਾਰ ਸੀ। ਮਤ ਖਾਮੂ, ਪਰ ਇਹੀ ਮਤ ਦੀ ਖੀਣਤਾ ਸੀ ਉਹਦੀ। ਖਾਮੂ ਕਹੀਏ ਇਹ ਥੋੜੀ ਮਤ ਸੀ,
ਐਵੇਂ ਹੰਕਾਰ ਕਰੀ ਜਾਂਦਾ ਹੈ। ਬੋਲਿਓ ਪੰਡਤ ਤਪਾ ਸਿਆਣੇ, ਤੇ ਆ ਕੇ ਉਹ ਪੰਡਤ ਕਹਿੰਦਾ ਵੀ ਹੇ ਸਿਆਣੇ ਤਪਾ ਜੀ, ਸ਼ਾਸਤਰਾ ਅਰਥ ਹਮ ਸੋ ਕਰ ਜਾਣੇ। ਕਹਿੰਦਾ ਮੇਰੇ ਨਾਲ ਸ਼ਾਸਤਰਾਂ ਦੇ ਅਰਥ ਕਰੋ, ਤੁਸੀਂ ਵਿਚਾਰ ਕਰੋ ਮੇਰੇ ਨਾਲ। ਬਹੁਤ ਨਰਨ ਕੋ ਮਤ ਬਿਰਮਾਇਓ, ਮੈਂ ਦੇਖਿਆ ਕਿ ਬਹੁਤ ਲੋਕ ਨੇ ਨਨਾਂ ਦੀ ਜਿਹੜੀ ਮਤ ਹੈ ਬਿਰਮਾਇਓ। ਉਹ ਕਹਿੰਦੇ ਭਾਈ ਇਉਂ ਬਹੁਤ ਨਰਨ ਕੋ ਮਤ ਬਿਰਮਾਇਓ ਦਾ ਅਰਥ ਕਥਨ ਕਰਨਾ ਵੀ ਹੈ। ਬਹੁਤ ਲੋਕਾਂ ਨੇ ਜਿਹੜੇ ਇਹਦੇ ਵਿੱਚ, ਜਾਂ ਬਹੁਤ ਨਰਨ ਕੋ, ਹਾਂ ਇਹਨਾਂ ਸ਼ਾਸਤਰਾਂ ਦੇ ਵਿੱਚ ਬਹੁਤ ਲੋਕਾਂ ਨੂੰ ਜਿਹੜੇ ਮਤ ਨੇ ਉਹ ਕਥਨ ਕੀਤੇ ਆ। ਆਹ ਕਰਮ ਕਰੋ, ਇਹਦਾ ਫਲ ਹੈ। ਅਲੱਗ-ਅਲੱਗ ਮਤ ਦੱਸੇ ਹਨ ਕਿ ਕਿੰਨੇ ਧਰਮ ਮਤ ਹਨ। ਨਿਜ ਮਾਰਗ ਤੁਮ ਨਯੋ ਚਲਾਇਓ, ਪਰ ਹੈ ਨਾਨਕ ਤਪਾ ਜੀ ਤੁਸੀਂ ਆਪਣਾ ਨਵਾਂ ਹੀ ਮਾਰਗ ਪੰਥ ਚਲਾ ਦਿੱਤਾ ਹੈ। ਸਿੱਖਿਆ ਦੇਨ ਹੇਤ ਤੇ ਸੰਗਾ, ਤੋ ਉਸ ਨੂੰ ਸਿੱਖਿਆ ਦੇਣ ਦੇ ਵਾਸਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੇ ਸ੍ਰੀ ਮੁਖ ਤੇ ਸ਼ਲੋਕ ਕਹਿ ਚੰਗਾ। ਮਹਾਰਾਜ ਨੇ ਆਪਣੇ ਭਾਈ ਸੁਭਾਏਮਾਨ ਮੁਖ ਤੋਂ ਉਸ ਨੂੰ ਫਿਰ ਸ਼ਲੋਕ ਗੁਰਬਾਣੀ ਦਾ ਜਿਹੜਾ ਹੈ ਉਹ ਮਹਾਰਾਜ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਹਨੂੰ ਉਪਦੇਸ਼ ਦਿੰਦਿਆਂ ਉਚਾਰਨ ਕੀਤਾ ਹੈ। ਸ਼ਲੋਕ ਮਹੱਲਾ ਪਹਿਲਾ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਆਸਾ ਕੀ ਵਾਰ ਦੇ ਵਿੱਚ ਇਹ ਸ਼ਲੋਕ ਹੈ। ਤੇ ਗੁਰਮੁਖੋ ਕਸ਼ਮੀਰ ਜਦੋਂ ਉਪਦੇਸ਼ ਦਿੱਤਾ, ਜਿੱਥੇ ਕਿ ਹੁਣ ਗੁਰਦੁਆਰਾ ਮਟਨ ਸਾਹਿਬ ਬਣਿਆ ਹੋਇਆ ਹੈ, ਤੇ ਬਹੁਤ ਵੱਡੇ ਇਸ ਵਿਦਵਾਨ ਜਿਹੜਾ ਪੰਡਿਤ ਇਹਨੂੰ, ਜਿਹੜਾ ਊਠਾਂ ਤੇ ਗ੍ਰੰਥ ਲੱਦੀ ਫਿਰਦਾ ਸੀ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹਨੂੰ ਉਪਦੇਸ਼ ਦਿੱਤਾ। ਗੁਰੂ ਪਾਤਸ਼ਾਹ ਜੀ ਉਪਦੇਸ਼ ਲੈਣ ਵਾਸਤੇ ਇਸ ਤਰ੍ਹਾਂ ਵੀ ਇਹਦੀ ਉਥਾਨਕਾ ਸੰਪਰਦਾਏ ਵਿੱਚ ਗੁਰਮੁਖ ਜਨ ਸੁਣਾਉਂਦੇ ਆ। ਇਹਦੀਆਂ ਦੋ ਉਥਾਨਕਾਂ ਜਿਹੜੀਆਂ ਨੇ ਉਹ ਪ੍ਰਚਲਿਤ ਹੈ। ਇੱਕ ਤਾਂ ਸ਼ੇਖ ਬ੍ਰਹਮ ਦੇ ਨਾਲ ਚਰਚਾ ਹੈ, ਦੂਜੀ ਇਹ ਪੰਡਤ ਦੇ ਪ੍ਰਥਾਏ ਹੈ। ਤੇ ਮਾਇਆ ਦੇ ਵਿੱਚ ਹਿਰਦਾ ਉਹਦਾ ਖਚਿਤ ਹੋਇਆ ਸੀ। ਜਦੋਂ ਮਹਾਰਾਜ ਨੇ ਉੱਤੇ ਕਿਰਪਾ ਕੀਤੀ, ਉਹਦੀ ਵਿਦਿਆ ਦਾ ਹੰਕਾਰ ਦੂਰ ਹੋਇਆ। ਮਹਾਰਾਜ ਨੂੰ ਨਮਸਕਾਰ ਕਰਕੇ ਕਹਿੰਦੇ ਮੈਂ ਗੁਰੂ ਕਿਹਨੂੰ ਧਾਰਨ ਕਰਾਂ। ਮਹਾਰਾਜ ਕਿਰਪਾ ਕਰੋ, ਹੁਣ ਦੱਸੋ ਕਿ ਮੈਂ ਜਿਹਨੂੰ ਗੁਰੂ ਧਾਰਨ ਕਰਕੇ ਮੇਰੇ ਹਿਰਦੇ 'ਚ ਸ਼ਾਂਤੀ ਆ ਜੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਵੀ ਜੇ ਤੈਨੂੰ ਗੁਰੂ ਧਾਰਨ ਉਪਦੇਸ਼ ਲੈਣ ਦੀ ਇੱਛਾ ਹੈ ਨਾ, ਉਹ ਜਿਹੜੀ ਸਾਹਮਣੇ ਪਹਾੜੀ ਦਿੰਦੀ ਆ ਉਹਦੇ ਤੇ ਚਲਿਆ ਜਾ। ਉੱਥੇ 3 ਸੰਤ ਬੈਠੇ ਆ, ਉਹ ਤੈਨੂੰ ਦੱਸਣਗੇ ਕਿ ਕਿਹਨੂੰ ਗੁਰੂ ਧਾਰਨਾ ਹੈ। ਤੇ ਉਹ ਮਹਾਰਾਜ ਦਾ ਬਚਨ ਮੰਨ ਕੇ ਪਹਾੜੀ ਤੇ ਚਲਿਆ ਗਿਆ। ਕੀ ਵੇਖਦਾ, ਉੱਥੇ 3 ਮਹਾਤਮਾ ਬੈਠੇ ਨੇ। ਅਸਲ ਵਿੱਚ ਉਹ ਬ੍ਰਹਮ ਵਿਸ਼ਨ ਮਹੇਸ਼ 3 ਮਹਾਤਮਾ ਰੂਪ ਧਾਰ ਕੇ ਬੈਠੇ। ਉਹ ਵੀ ਤੇ ਗੁਰਮੁਖੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਆਏ। ਇਹ ਜਿਹੜਾ ਬ੍ਰਹਮਦਾਸ ਸੀ, ਇਹਦਾ ਨਾਂ ਪੰਡਿਤ, ਇਹਨੇ ਮਹਾਤਮਾ ਜਾਣ ਕੇ ਮੱਥਾ ਟੇਕਿਆ, ਬੇਨਤੀ ਕੀਤੀ, ਇਹਦਾ ਦੱਸੋ ਮੈਂ ਗੁਰੂ ਕਿਹਨੂੰ ਧਾਰਨ ਕਰਾਂ। ਮਹਾਤਮਾ ਕਹੇ ਤੇਰਾ ਗੁਰੂ ਤੇ ਉਸ ਮੰਦਰ 'ਚ ਬੈਠਾ ਹੈ। ਨੇੜੇ ਇੱਕ ਮੰਦਰ ਸੀ। ਪੰਡਿਤ ਅੱਗੇ ਤੁਰ ਪਿਆ, ਮੰਦਰ 'ਚ ਪਹੁੰਚਿਆ। ਮੰਦਰ ਜਾ ਕੇ ਕੀ ਵੇਖਦਾ, ਇੱਕ ਸੁੰਦਰ ਇਸਤਰੀ ਲਾਲ ਬਸਤਰ ਪਹਿਨੀ ਹੋਈ ਖੜੀ ਹੈ। ਤੇ ਪੰਡਿਤ ਨੇ ਉਹਨੂੰ ਸ਼ਕਤੀ ਵਾਲੇ ਜਾਣ ਕਰਕੇ ਸੀਸ ਝੁਕਾਇਆ, ਮੱਥਾ ਟੇਕ ਕੇ ਪੈਰੀਂ ਪੈ ਗਿਆ। ਤੇ ਉਸ ਨੇ ਉਸੇ ਵੇਲੇ ਜੁੱਤੀ ਪੁਰਾਣੇ ਗ੍ਰੰਥਾਂ 'ਚ ਚਰਨਦਾਸੀ ਲਿਖਿਆ। ਉਹ ਪੰਡਿਤ ਦੇ ਮਾਰਨੀ ਸ਼ੁਰੂ ਕੀਤੀ। ਮਾਰ ਖਾ ਕੇ ਝੁਰਦਾ ਜਾ ਫਿਰੇ, ਵਾਪਸ ਫੇਰ ਆ ਗਿਆ ਮਹਾਤਮਾ ਕੋਲੇ। ਭੈੜੀ ਜੀ ਹਾਲਤ ਵੇਖੀ, ਉਹ ਹੱਸੇ। ਪੰਡਿਤ ਕਹਿੰਦਾ ਵੀ ਤੁਸੀਂ ਹੱਸਦੇ ਕਿਉਂ ਹੋ। ਜਿਹੜੇ ਮਹਾਤਮਾ ਨੇ ਉਹ ਕਹਿੰਦੇ ਪੰਡਿਤ ਵੀ ਇੰਨੀ ਛੇਤੀ ਕਿਉਂ ਆ ਗਿਆ, ਗੁਰੂ ਧਾਰਨ ਕਰਿਆ ਕਿ ਗੁਰੂ ਮਿਲਿਆ ਹੀ ਨਹੀਂ ਹੈ ਕੋਈ। ਪੰਡਿਤ ਕਹਿੰਦਾ ਵੀ ਧਾਰਨ ਕੀ ਕਰਨਾ ਸੀ, ਉੱਥੇ ਜਿੱਥੇ ਤੁਸੀਂ ਭੇਜਿਆ ਉੱਥੇ ਇੱਕ ਇਸਤਰੀ, ਦਾ ਸੁਭਾਅ ਹੀ ਬੜਾ ਕਠੋਰ ਆ। ਮੈਂ ਮੱਥਾ ਟੇਕਿਆ, ਉਹ ਜੁੱਤੀਆਂ ਮਾਰਨ ਲੱਗ ਗਈ, ਕੁੱਟਿਆ ਮੈਨੂੰ। ਮਹਾਤਮਾ ਕਹਿੰਦੇ ਪੰਡਿਤ ਤੇਰਾ ਉਹੀ ਗੁਰੂ ਹੈ, ਕਿਉਂਕਿ ਤੂੰ ਆਪਣੇ ਚਿੱਤ ਵਿੱਚ ਉਸੇ ਨਾਲ ਹੀ ਸਨੇਹ ਲਾਇਆ ਹੋਇਆ। ਉਹ ਮਾਇਆ ਹੈ,
ਤੇ ਤੂੰ ਦਿਨ ਰਾਤ ਜਿਸ ਮਾਇਆ ਨੂੰ ਪਾ ਕੇ ਤੇਰੀ ਤ੍ਰਿਪਤੀ ਨਹੀਂ ਹੋਈ, ਜਿਹਦੀ ਹਰ ਵਕਤ ਤੂੰ ਸੇਵਾ ਕਰਦਾ, ਮਾਇਆ ਦੀ ਚਿਤਵਨੀ ਕਰਦਾ, ਉਹ ਮਾਇਆ ਹੀ ਤੇਰਾ ਗੁਰੂ ਹੈ। ਤੇ ਤੂੰ ਐਵੇਂ ਪੜ ਪੜ ਕੇ ਨਾ ਮਾਇਆ ਹੀ ਇਕੱਠੀ ਕੀਤੀ ਹੈ। ਇਸ ਕਰਕੇ ਤੇਰੇ ਮਾਇਆ ਕੋਲੋਂ ਹੁਣ ਛਿੱਤਰ ਪਏ ਨੇ। ਪੰਡਤ ਜਿਹੜਾ ਸੀ ਮਹਾਤਮਾ ਦੇ ਚਰਨੀ ਪਿਆ, ਕਹਿੰਦਾ ਜੀ ਮੈਨੂੰ ਬਖਸ਼ ਲਓ। ਉਹ ਕਹਿਣ ਲੱਗੋ, ਭਲਿਆ ਜਿਹਨੇ ਤੈਨੂੰ ਐਡਾ ਉਪਦੇਸ਼ ਦਿੱਤਾ, ਜਿਹਦੇ ਦਰਸ਼ਨ ਕਰਕੇ ਤੇਰਾ ਹੰਕਾਰ ਦੂਰ ਹੋ ਗਿਆ, ਉਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਉਹ ਆਪ ਪਰਮੇਸ਼ਰ ਰੂਪ ਹੈ, ਹੋਰ ਇਦੋਂ ਵੱਡਾ ਗੁਰੂ ਕੌਣ ਚਾਹੀਦਾ ਹੈ। ਤੂੰ ਐਵੇਂ ਹੋਰ ਉਹਨਾਂ ਨੂੰ ਛੱਡ ਕੇ ਭਟਕਦਾ ਫਿਰਦਾ, ਤੇਰੀ ਮੁਕਤੀ ਨਹੀਂ ਹੋਣੀ, ਆਤਮਿਕ ਸੁੱਖ ਚਾਹੁੰਦਾ, ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਚਰਨੀ ਲੱਗ ਜਾ। ਫੇਰ ਇਹ ਮਹਾਰਾਜ ਕੋਲੇ ਆਇਆ, ਮਹਾਰਾਜ ਕਿਰਪਾ ਕਰੋ, ਮੈਨੂੰ ਬਖਸ਼ ਲਓ। ਇਹ ਸਤਿਗੁਰੂ ਨੇ ਉਪਦੇਸ਼ ਦਿੰਦਿਆਂ ਇਹ ਭਾਈ ਉਚਾਰਨ ਕੀਤਾ, ਸ਼ਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ। ਮਹਾਰਾਜ ਕਹਿੰਦੇ ਪੰਡਤ ਭਾਵੇਂ ਧਰਮ ਪੁਸਤਕਾਂ ਹੋਰ ਵਿਦਵਾਨੀ ਦੀਆਂ ਪੁਸਤਕਾਂ ਪੜ ਪੜ ਕੇ ਤੂੰ ਗੱਡੀ ਲੱਦੀ ਹੈ, ਲੱਦ ਲੈ। ਹੁਣ ਜੇ ਕਿਤੇ ਗੱਡੀ ਨਾ ਚੱਲਦੀ ਹੋਵੇ, ਊਠਾਂ ਦੇ ਕਾਫਲੇ, ਇਹ ਜਿੰਨੇ ਵੀ ਮਹਾਰਾਜ ਕਹਿੰਦੇ ਪੜ ਪੜ ਕੇ ਭਾਰ ਲੱਦ ਕੇ ਲੈ ਚੱਲ। ਪੜ ਪੜ ਬੇੜੀ ਪਾਈ ਐ, ਪੜ ਪੜ ਗੱਡੀ ਹੈ ਖਾਤ। ਹੁਣ ਜੇ ਗੁਰਮੁਖੋ ਕੋਈ ਗੱਡੀ ਦੇ ਵਿੱਚ ਬਹੁਤ ਧਰਮ ਗ੍ਰੰਥ ਰੱਖ ਕੇ ਲੈ ਕੇ ਜਾਂਦਾ ਹੈ, ਇਹਦੇ ਨਾਲ ਉਹ ਗੱਡੀ ਵਿਦਵਾਨਤਾ ਨਹੀਂ ਬਣ ਗਈ। ਮਹਾਰਾਜ ਕਹਿੰਦੇ ਤੂੰ ਊਠਾਂ ਤੇ ਗ੍ਰੰਥ ਲੱਦੀ ਫਿਰਦਾ ਹੈ, ਤੇ ਕੱਲ ਨੂੰ ਜੇ ਊਠ ਕਹਿਣ ਵੀ ਅਸੀਂ ਤਾਂ ਇੰਨੇ ਗ੍ਰੰਥ ਢੋਣੇ, ਅਸੀਂ ਤਾਂ ਬਹੁਤ ਵੱਡੇ ਵਿਦਵਾਨ ਹੈ, ਉਹ ਵਿਦਵਾਨ ਨਹੀਂ ਬਣੇ ਤੇਰੇ ਗ੍ਰੰਥ ਢੋਣ ਨਾਲ। ਇਸੇ ਤਰ੍ਹਾਂ ਇਹ ਪੰਡਤ, ਤੂੰ ਜੀਵਨ ਵਿੱਚ ਅਮਲ ਕੋਈ ਨਹੀਂ ਕਮਾਇਆ, ਕੇਵਲ ਧਰਮ ਗ੍ਰੰਥਾਂ ਦਾ ਭਾਰ ਹੀ ਢੋਣਾ ਤੂੰ ਵੀ। ਉਹਨਾਂ ਊਠਾਂ ਵਾਤੀ ਤੂੰ ਹੈ, ਜਿਵੇਂ ਊਠ ਦੇ ਊਠ ਨੇ, ਤੂੰ ਵੀ ਉਹੀ ਕੁਛ ਹੈ, ਬਦਲਿਆ ਤੇਰਾ ਵੀ ਜੀਵਨ ਨਹੀਂ। ਪੜ ਪੜ ਗੱਡੀ ਹੋਈ ਲੱਦਿਆ ਤੈਂ, ਭਾਵ ਇਹੀ ਹੈ ਵੀ ਬੋਝ ਹੀ ਚੱਕਿਆ, ਹੋਰ ਕੁਛ ਨਹੀਂ ਹੈ। ਬਸ ਤੂੰ ਆਪਣੀ ਸੁਰਤੀ ਨਾਲ ਢੋਈ ਜਾਂਦਾ ਤੇ ਉਹ ਆਪਣੇ ਸਰੀਰ ਤੇ ਢੋਈ ਜਾਂਦੇ, ਗੱਲ ਕੋਈ ਨਹੀਂ, ਅਮਲ ਤੂੰ ਵੀ ਕੋਈ ਨਹੀਂ ਕੀਤਾ। ਉਹ ਭਾਵ ਦੱਸਦੇ ਆ ਵੀ ਜੇ ਪੜ ਪੜ ਭਰੀਆ ਸਾਥ, ਭਰ ਕੇ ਨਾਲ ਲੈ ਜਾਈਏ, ਪੜ ਪੜ ਬੇੜੀ ਪਾਈ ਐ। ਹੁਣ ਜੇ ਊਠ ਨਾ ਚੱਕ ਸਕਣ, ਦਰਿਆ ਹੋਵੇ ਤੇ ਬੇੜੀ ਵਿੱਚ ਪਾ ਲਈਏ, ਕਿ ਬੇੜੀ ਵਿਦਵਾਨ ਬਣ ਜਾਓ। ਜੇ ਉਹ ਪੁਸਤਕਾਂ, ਧਰਮ ਪੁਸਤਕਾਂ ਜਿਹੜੀਆਂ ਨੇ ਉਹਦੇ ਵਿੱਚ ਰੱਖ ਲਿਆ, ਉਹ ਕੋਈ ਬਹੁਤ ਵੱਜੀ ਹੁਣ PhD ਦੀ ਡਿਗਰੀ ਤਾਂ ਨਹੀਂ ਕਰਨ ਲੱਗੀ, ਬੇੜੀ ਤਾਂ ਬੇੜੀ ਹੋਈ ਰਹਿਣੀ ਹੈ। ਇਸ ਕਰਕੇ ਪੜ ਪੜ ਬੇੜੀ ਪਾਈ ਐ, ਪੜ ਪੜ ਗੱਡੀ ਐ ਖਾਤ। ਕਹਿੰਦੇ ਪੜ ਪੜ ਕੇ ਗੱਡ ਦਈਏ, ਖਾਤੇ ਵੀ ਭਰ ਦਈਏ। ਇਸੇ ਤਰ੍ਹਾਂ ਤਾਂ ਆਪਣੇ ਬੁੱਧ ਰੂਪੀ ਖਾਤੇ ਭਰੇ ਨੇ, ਹੋਰ ਅਮਲ ਕੁਛ ਨਹੀਂ ਕੀਤਾ। ਹੁਣ ਇਹ ਪਹਿਲਾਂ ਤਾਂ ਮਹਾਰਾਜ ਨੇ ਇਹਨਾਂ ਪੁਸਤਕਾਂ ਦੀ ਬੌਲਤਾ ਦੱਸੀ, ਇਹ ਭਾਈ ਹੁਣ ਉਹਨਾਂ ਨੂੰ ਪੜਨ ਦੇ ਵਕਤ ਦੀ ਦੱਸਦੇ ਹਨ। ਪੜ੍ਹੀ ਹੈ ਜੇਤੇ ਬਰਸ ਬਰਸ, ਪੜ੍ਹੀ ਹੈ ਜੇਤੇ ਮਾਸ। ਮਹਾਰਾਜ ਕਹਿੰਦੇ ਭਾਈ ਜਿੰਨੇ ਵੀ ਉਮਰ ਹੈ, ਸਾਰੀ ਉਮਰ ਹੀ ਪੜ੍ਹੀ ਜਾ। ਜਿੰਨੇ ਉਮਰ ਦੇ ਹੋਰ ਮਹੀਨੇ ਹਨ, ਉਹ ਪੜ੍ਹੀ ਚੱਲੇ। ਤੇ ਹੁਣ ਆਮ ਤੁਸੀਂ ਦੇਖੋ, ਬਹੁਤ ਜਿਹੜਾ ਬਾਹਲਾ ਪੜ੍ਹ ਜਾਂਦਾ ਫਿਰ ਉਹ ਤਰਕ ਵੀ ਕਰਨ ਲੱਗ ਜਾਂਦਾ। ਪਹਿਲਾਂ ਪ੍ਰਚਾਰਕ ਇੰਨਾ ਨਹੀਂ ਸੀ ਪੜ੍ਹੇ ਹੁੰਦੇ, ਕਿਸੇ ਸੰਪਰਦਾ ਚਲੇ ਜਾਣਾ ਮਹਾਤਮਾ ਕੋਲੇ, ਉੱਥੇ ਹੀ ਗੁਰਬਾਣੀ ਸੰਥਿਆ ਕਰ ਲਈ, ਹੋਰ ਸੇਵਾਵਾਂ ਕਰਦਿਆਂ ਧਰਮ ਗ੍ਰੰਥ ਪੜ੍ਹੇ ਤੇ ਕਥਾਵਾਚ ਚ ਵਿਦਵਾਨ ਬਣ ਜਾਂਦੇ ਸੀ। ਫਿਰ ਉਹ ਸਾਰੇ ਅੰਦਰ ਦੀ ਭਾਵਨਾ ਤੇ ਸੇਵਾ ਦੀ ਭਾਵਨਾ ਸਭ ਕੁਝ ਹੁੰਦਾ ਸੀ। ਇਹ ਹੁਣ ਆ ਗਈ ਆ ਦੂਜੀ ਸਕੂਲੀ ਵਿੱਦਿਆ ਜੀ, ਫਲਾਣੇ ਨੇ ਗਿਆਨੀ ਕਰ ਲਈ, ਢਮਕਾਣੇ ਨੇ ਉਹ ਕਰ ਲਿਆ ਜੀ, ਉਹ ਫਲਾਣੇ ਮਿਸ਼ਨਰੀ ਕਾਲਜ ਚੋਂ ਪੜ੍ਹਿਆ, ਉਹਨੇ ਉੱਥੇ ਕੋਰਸ ਕੀਤਾ ਹੋਇਆ ਹੈ। ਇਹ ਇੰਨੇ ਕੁ ਹੁਣ ਉਹ ਜਿਹੜੀ ਸੰਸਾਰੀ ਐਵੇਂ ਡਿਗਰੀਆਂ ਚੱਕੀਆਂ ਹੋਈਆਂ, ਬੰਦੇ ਦੇ ਪੱਲੇ ਕੀ ਰਹਿ ਗਿਆ, ਡਿਗਰੀਆਂ ਰਹਿ ਗਈਆਂ। ਜਿਹੜਾ ਵਿੱਦਿਆ ਸਿਸਟਮ ਹੈ ਸਾਡੇ ਦੇਸ਼ ਦਾ, ਹੁਣ ਪਹਿਲਾਂ ਤਾਂ ਕੋਈ ਡਿਗਰੀ ਨਹੀਂ ਸੀ ਹੁੰਦੀ, ਕੋਈ ਸਰਟੀਫਿਕੇਟ ਤਾਂ ਨਹੀਂ ਸੀ ਹੁੰਦੇ। ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਹੁੰਦੇ ਸੀ ਲੋਕ ਸੁਖੀ ਸੀ। ਹੁਣ ਸਾਨੂੰ ਸਰਟੀਫਿਕੇਟਾਂ ਤੇ ਪਰਸੈਂਟੇਜ ਦੇ ਵਿੱਚ ਹਿੱਸਾ ਪਾ ਕੇ ਜਿਹੜੀ ਵਿੱਦਿਆ ਨੀਤੀ ਹੈ ਨਾ, ਇਹ ਵੀ ਇੱਕ ਬਹੁਤ ਵੱਡਾ ਫਰਾਡ ਹੈ ਲੋਕਾਂ ਨਾਲ। ਤੇ ਇਸ ਕਰਕੇ ਉਹ ਫਿਰ ਹੁਣ ਇੱਥੇ ਬੰਦੇ ਦੀ ਉਹ ਜਿਹੜਾ ਗੁਣਾਂ ਦੀ ਕੋਈ ਕਦਰ ਨਹੀਂ ਹੈ। ਬਹੁਤ ਐਸੇ ਦੇਸ਼ ਨੇ, ਆ ਵਿਦੇਸ਼ਾਂ ਦੇ ਵਿੱਚ ਦੇਖਿਆ, ਉੱਥੇ ਜਿਹੜਾ ਮਾਹਰ ਹੈ ਕੰਮ ਦਾ, ਉਹ ਕਈ ਵਾਰ ਘੱਟ ਪੜ੍ਹੇ ਵੀ ਵੱਡੇ ਅਹੁਦਿਆਂ ਤੇ ਬੈਠੇ ਆ।
ਇਹ ਕਹਿੰਦੇ ਜਦੋਂ ਇਹ ਚੀਜ਼ ਇੱਥੇ ਲਾਗੂ ਨਹੀਂ ਹੈ, ਆਪਣੇ ਇੱਥੇ ਇੱਕ ਬੜੀ ਸਾਸ਼ਤ ਹੈ ਨਾ ਵੀ ਆਹ ਡਿਗਰੀ ਤੇਰੇ ਕੋਲ, ਇੰਨੀ ਵਿੱਦਿਆ ਹੋਵੇ, ਆਹ ਕੁਛ ਹੋਵੇ, ਫੇਰ ਤੂੰ ਇਹਦੇ ਤੇ ਲਾਇਕ ਹੈ ਬੈਠਣ ਦਾ, ਇੱਕ ਤਜਰਬੇਕਾਰ ਹੈ। ਹੁਣ ਜਿਵੇਂ ਆਪਾਂ ਦੇਖ ਲਓ ਆ ਖੇਤੀਬਾੜੀ ਆ ਪਿੰਡਾਂ ਵਿੱਚ ਕਰਦੇ ਆ, ਇੱਕ ਹੁਣ ਯੂਨੀਵਰਸਿਟੀਆਂ ਦੇ ਡਾਕਟਰ ਨੇ, ਉਹਨਾਂ ਨੇ ਹੁਣ ਕਦੇ ਨੱਕਾ ਦਾ ਛੱਡ ਕੇ ਨਹੀਂ ਦੇਖਿਆ ਹੁੰਦਾ, ਉਹ ਸਿੱਖਿਆ ਦਿੰਦੇ ਆ ਕਿਸਾਨੋਂ ਆਏ ਨਹੀਂ ਆਏ ਕਰੋ। ਜਿਹੜੇ ਪੀੜ੍ਹੀ ਦਰ ਪੀੜ੍ਹੀ ਕਰਦੇ ਆ ਰਹੇ ਨੇ ਉਹਨਾਂ ਨੂੰ ਗਿਆਨ ਜਿਹੜਾ ਹੈ ਉਹ ਕਿੱਥੋਂ ਲੈ ਲੈਣਗੇ? ਉਹ ਕਿਤਾਬਾਂ ਪੜ੍ਹ ਲਈਆਂ ਉਹਨਾਂ ਨੇ, ਉਹ ਕਿਤਾਬਾਂ ਪੜ੍ਹ ਕੇ ਉਹ ਦੱਸੀ ਜਾਂਦੇ ਆ ਐਂ ਹੋਣਾ ਚਾਹੀਦਾ, ਐਂ ਹੋਣਾ ਚਾਹੀਦਾ, ਆਹ ਹੋਵੇ, ਆਹ ਪਾਓ, ਆਹ ਪੈਸਟੀਸਾਈਡ ਪਾ ਦਿਓ, ਆਹ ਫਲਾਨਾ ਕਰ ਦਿਓ, ਆਹ ਹੁਣ ਹਾਈਬ੍ਰਿਡ ਬੀ ਲੈ ਲਓ, ਟਮਕਾਣਾ ਲੈ ਲਓ, ਤੇ ਇਹਦੇ ਵਿੱਚ ਐਸਾ ਉਲਝਾ ਕੇ ਜਿਹੜੀ ਹੈ ਕਮਰਸ਼ੀਅਲ ਬਣਾਤੀ। ਇਹ ਕਿੱਥੇ, ਇਹ ਇੱਕ ਜਿਹੜਾ ਖੇਤੀਬਾੜੀ ਸੀ ਜਾਂ ਹੋਰ ਸੀ, ਇਹ ਗੁਰਮੁਖੋ ਹੁਣ ਤਾਕਤਾਂ ਨਹੀਂ ਰਹੀਆਂ, ਉਹ ਕੁਛ ਨਹੀਂ, ਇਹ ਤਾਂ ਹੁਣ ਸਾਰਾ ਕੁਝ ਜਾਣਦੇ ਆ। ਤੇ ਹੌਲੀ ਹੌਲੀ ਅੱਜ ਜਿਹੜਾ ਦੁਨੀਆ ਲੜ ਰਹੀ ਆ ਵੀ ਕਾਰਪੋਰੇਟ ਘਰਾਣਿਆਂ ਦੇ ਖਿਲਾਫ, ਇਹ ਸਾਰੀ ਅਸਲ ਵਿੱਚ ਚਾਹੇ ਵਿਦਿਆ ਨੀਤੀ ਆ ਨਾ ਜਿੰਨੀ ਵੀ, ਇਹ ਵੀ ਇੱਕ ਕਾਰਪੋਰੇਟ ਘਰਾਣਿਆਂ ਦੀ ਦੇਣ ਹੈ, ਤੇ ਜਿਹਦੇ ਵਿੱਚ ਮਨੁੱਖ ਉਲਝ ਕੇ ਰਹਿ ਗਿਆ ਹੈ ਤੇ ਪਰਸੈਂਟੇਜ ਦੇ ਮਗਰ ਪੈ ਕੇ ਐਸਾ ਇਹਦੀ ਬੁੱਧੀ ਦਾ ਚੱਕਰ ਖਰਾਬ ਕੀਤਾ ਹੋਇਆ ਕਿ ਅੱਜ ਤੁਸੀਂ ਦੇਖੋ ਜਿਹਨੂੰ ਮਰਜ਼ੀ ਹੱਥ ਲਾ ਲਓ ਟੈਨਸ਼ਨ ਹੈ, ਨੌਜਵਾਨਾਂ 'ਚ ਵੀ ਬਹੁਤ ਜ਼ਿਆਦਾ ਹੈ। ਚਲੋ ਹੁਣ ਇੱਧਰ ਨੂੰ ਨਾ ਜਾਈਏ, ਬਹੁਤਾ ਗੱਲ ਆਪਣੇ ਇਤਿਹਾਸ ਦੇ ਪੱਖ ਦੀ। ਪੜ੍ਹੀ ਹੈ ਜੇਤੇ ਬਰਸ ਬਰਸ, ਪੜ੍ਹੀ ਹੈ ਜੇਤੇ ਮਾਸ, ਮਹਾਰਾਜ ਕਹਿੰਦੇ ਹੋ ਪੜ੍ਹੀ ਚੱਲੀਏ ਬਰਸ ਸਾਲ ਮਹੀਨੇ, ਪੜ੍ਹੀ ਹੈ ਜੇਤੀ ਆਰਜਾ, ਪੜ੍ਹੀ ਹੈ ਜੇਤੇ ਸਾਸ। ਜਿੰਨੀ ਉਮਰ ਸਾਰੀ ਉਮਰ ਹੀ ਪੜ੍ਹਦੇ ਰਹੀਏ। ਮਹਾਰਾਜ ਕਹਿੰਦੇ ਜਿੰਨੇ ਸਵਾਸ ਨੇ ਸਵਾਸ ਸਵਾਸ ਪੜ੍ਹੀ ਹੋਈ ਚੱਲੀਏ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਖ। ਮਹਾਰਾਜ ਕਹਿੰਦੇ ਵੀ ਯਾਦ ਰੱਖ, ਹਿਸਾਬ 'ਚ ਪੈਣ ਵਾਲੀ ਤਾਂ ਇੱਕੋ ਹੀ ਗੱਲ ਹੈ ਨਾ ਜਿਹੜੀ ਲੇਖੇ ਆਉਣੀ ਹੈ, ਕੀ ਹੈ? ਪਰਮੇਸ਼ਰ ਦਾ ਨਾਮ। ਬਾਕੀ ਤਾਂ ਜਿੰਨਾ ਕੁਝ ਐਵੇਂ ਹਉਮੈ ਹੰਗਤਾ ਝੱਖਾਂ ਮਾਰਨੀਆਂ ਜਿਹਦਾ ਕੋਈ ਲਾਭ ਨਹੀਂ ਹੈ। ਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਇਹ ਗੁਰਮੁਖੋ ਉਪਦੇਸ਼ ਦਿੱਤਾ ਚੌਪਈ। ਅੱਗੇ ਸੰਤ ਰੇਣ ਪ੍ਰੇਮ ਸਿੰਘ ਜੀ ਦੱਸ ਰਹੇ ਹਨ, ਪੜਨ ਪ੍ਰਕਾਰ ਹੋਏ ਕੋ ਜਾਨੋ। ਇੱਥੇ ਹੋਏ ਜੀ ਜਗ੍ਹਾ ਵੈਸੇ ਦੋ ਏ, ਠੀਕ ਹੈ। ਪੜਨ ਪ੍ਰਕਾਰ ਦੋਏ ਕੋ ਜਾਨੋ। ਮਹਾਰਾਜ ਕਹਿੰਦੇ ਦੋ ਪ੍ਰਕਾਰ ਦਾ ਪੜ੍ਹਨਾ ਜਾਣ ਲਓ ਵੀ ਜਿਹੜੀ ਪੜ੍ਹਾਈ ਹੈ ਨਾ, ਪੜ੍ਹਨਾ ਵੀ ਦੋ ਤਰ੍ਹਾਂ ਦਾ ਹੁੰਦਾ ਹੈ। ਪਟੇ ਬਾਜ ਇੱਕ ਸੂਰ ਪਛਾਨੋ। ਇੱਕ ਤਾਂ ਮਹਾਰਾਜ ਕਹਿੰਦੇ ਪਟੇਬਾਜ਼ ਹੈ, ਗੱਤਕਾਬਾਜ਼ ਹੈ, ਤੇ ਇੱਕ ਸੂਰਮਾ। ਜਿਵੇਂ ਦੋ ਤਰ੍ਹਾਂ ਦੇ ਨੇ ਨਾ। ਹੁਣ ਜਿਹੜਾ ਹੈ ਪਟੇਬਾਜ਼ ਹੋਰ ਚੀਜ਼ ਹੈ, ਜਿਹੜਾ ਮੈਦਾਨੇ ਜੰਗ ਵਿੱਚ ਗੁਰਮੁਖੋ ਜਾਂਦਾ ਹੈ ਉਹ ਹੋਰ ਚੀਜ਼ ਹੈ। ਇੱਕ ਕੀ ਨਿਸਫਲ ਝੂਠੀ ਲਖਣੀ। ਇੱਕ ਦੀ ਕਹਿੰਦੇ ਭਾਈ ਜਿਹੜੀ ਨੇਫਲ ਹੈ, ਜਿਹੜੀ ਝੂਠੀ ਹੈ ਜਾਣਨਾ। ਹੋਤ ਸਫਲ ਦੂਸਰ ਕੀ ਸਿੱਖਣੀ। ਪਰ ਸੂਰਮੇ ਦਾ ਸਿੱਖਿਆ ਹੋਇਆ ਸਫਲ ਹੁੰਦਾ। ਇੱਕ ਨੂੰ ਹੁਣ ਉਹਦੇ ਬਾਰੇ ਗਿਆਨ ਹੋ ਗਿਆ, ਲੇਕਿਨ ਜਦੋਂ ਉਹਨੇ ਵਰਤ ਕੇ ਹੀ ਨਹੀਂ ਦੇਖਿਆ, ਮੈਦਾਨੇ ਜੰਗ 'ਚ ਹੀ ਨਹੀਂ ਗਿਆ, ਉਹਨੂੰ ਕਿਆ ਹੈ? ਤੇ ਇੱਕ ਸੂਰਮਾ ਜਿਹੜਾ ਮੈਦਾਨੇ ਜੰਗ ਜਾਵੇ ਉਹਦੀ ਸਿੱਖਿਆ ਹੋਇਆ ਸਫਲ ਹੈ। ਪਟੇਬਾਜ਼ ਇਹ ਭਾਂਤ ਚਲਾਵੇ। ਹੁਣ ਜਿਹੜਾ ਪਟੇਬਾਜ਼ ਹੈ, ਜਿਵੇਂ ਹੁਣ ਗੱਤਕਾ ਖੇਡਦੇ ਹਨ, ਉਹ ਗੱਤਕਾ ਜਾਂ ਪਟੇਬਾਜ਼ ਸਿਖਾਇਆ ਜਾਂਦਾ, ਪਰ ਇੱਕ ਗੱਲ ਨਾਲ ਦੱਸੇ ਵੀ ਮਾਰਨਾ ਨਹੀਂ। ਦੇਖੋ ਕਿਸੇ ਦੇ ਉੜਨਾ ਵੀ ਕੁਛ ਮਾਰਿਆ ਜਾਵੇ ਨਹੀਂ, ਕਿਸੇ ਦੇ ਸੱਟ ਕੋਈ ਟੱਕ ਲੱਗਣ ਨਹੀਂ ਦੇਣਾ। ਪਟੇਬਾਜ਼ ਇਹ ਭਾਂਤ ਚਲਾਵੇ। ਇੱਕ ਤਾਂ ਹੁੰਦੀ ਹੈ ਵੀ ਵਿਦਿਆ ਇੰਨੀ ਕਿ ਜਾਣਕਾਰੀ ਦੇ ਦੇਣੀ। ਇਹ ਭਾਈ ਇਸ ਤਰ੍ਹਾਂ ਹੈ, ਜੈਸੇ ਅੰਗ ਛੂਹਣ ਨਹੀਂ ਪਾਵੇ। ਜਿਵੇਂ ਉਹ ਅੰਗਾਂ ਨੂੰ ਨਹੀਂ ਛੂਹਣ ਦਿੰਦੇ ਹਨ ਕੋਈ ਸ਼ਾਸਤਰ। ਤਿੰਨ ਕੋ ਤਨ ਹੈ ਬਨਿਓ ਬਣਾਓ। ਤੇ ਉਹਨਾਂ ਦਾ ਫਿਰ ਉਹ ਜਦੋਂ ਖੇਡ ਕੇ ਵੀ ਹਟਦੇ ਆ, ਸਰੀਰ ਉਸੇ ਤਰ੍ਹਾਂ ਬਣਿਆ ਬਣਾਇਆ ਹੁੰਦਾ ਹੈ। ਸ਼ਾਸਤਰ ਘਾਵ ਕੋ ਛੂਹਣ ਨ ਪਾਇਓ। ਸ਼ਾਸਤਰ ਦਾ ਜਿਹੜਾ ਕੋਈ ਘਾਵ ਜ਼ਖਮ ਹੈ ਉਹ ਸਰੀਰ ਨੂੰ ਛੂੰਹਦਾ ਵੀ ਨਹੀਂ। ਹੇਤ ਜੀਵ ਕਾ ਲੋਕ ਦਿਖਾਵਨ। ਉਹ ਕੀ ਉਪਜੀਵਕਾ ਦੇ ਵਾਸਤੇ ਸਿਰਫ ਖੇਡ ਕਰਕੇ ਲੋਕਾਂ ਨੂੰ ਦਿਖਾਉਂਦੇ ਹਨ। ਪੜ੍ਹਤ ਸੋ ਇਕ ਨਹਿ ਕਰਹਿ ਕਮਾਵਨ। ਉਹ ਸਿਰਫ ਇਉਂ ਹੀ ਹੈ ਵੀ ਜਿਵੇਂ ਕੋਈ ਇਸੇ ਤਰ੍ਹਾਂ ਹੀ ਵਿਦਿਆ ਹੈ ਕਿ ਪੜ੍ਹ ਲਈ, ਪਰ ਉਸ ਨੂੰ ਜੀਵਨ ਵਿੱਚ ਕਮਾਇਆ ਕੋਈ ਨਹੀਂ ਹੈ। ਤੇਹ ਕੋ ਨਿਸਫਲ ਐਸੇ ਜਾਨੋ।
ਉਹਨੂੰ ਮਹਾਰਾਜ ਕਹਿੰਦੇ, ਭਾਈ ਹੈ ਪੰਡਤ ਬ੍ਰਹਮਦਾਸ ਇਉਂ ਜਾਣ ਲੈ, ਜੈਸੇ ਘਨ ਜਲਹੀਨ ਪਛਾਨੋ। ਵੀ ਜਿਵੇਂ ਇੱਕ ਬੱਦਲ ਤਾਂ ਆਉਂਦੇ ਆ, ਪਰ ਉਹ ਬੱਦਲ ਕਿੰਨਾ ਲੱਗੂ, ਬਹੁਤ ਗਾੜਾ ਜਿਹਾ ਬੱਦਲ ਹੈ, ਪਰ ਉਹਦੇ ਵਿੱਚ ਪਾਣੀ ਨਹੀਂ ਹੁੰਦਾ ਹੈ, ਮੀਂਹ ਨਹੀਂ ਪਾਉਂਦਾ। ਜੈਸੇ ਘਨ ਜਲਹੀਨ, ਜਿਵੇਂ ਉਹ ਬੱਦਲ ਜਿਹੜਾ ਜਲ ਤੋਂ ਹੀਣਾ ਹੈ, ਉਹ ਪਛਾਣ ਲੈ। ਇੱਕ ਜੇ ਸੂਰ ਸੰਤ ਇਸ ਰੀਤੀ, ਦੂਜੀ ਵਿਦਿਆ ਪੜ੍ਹਨੀ ਹੈ ਸੂਰਮੇ ਬੱਤ, ਜਿਹੜੀ ਸੰਤ ਗੁਰਮੁਖ ਦੀ ਇਸ ਤਰ੍ਹਾਂ ਰੀਤੀ। ਪੜ੍ਹੈ ਸੁਨੈ ਸਤ ਸੰਗ ਸੋ ਪ੍ਰੀਤੀ। ਉਹ ਭਾਈ ਸਤਸੰਗ ਦੇ ਵਿੱਚ ਪੂਰੀ ਪ੍ਰੀਤ ਦੇ ਸਹਿਤ ਪੜ੍ਹਦਾ ਤੇ ਸੁਣਦਾ ਹੈ। ਜਾਣੈ ਵੱਡ ਅਗਿਆਨ ਅਰਾਤੀ, ਤੇ ਉਹ ਫਿਰ ਇਹ ਜਾਣਦਾ ਕਿ ਮੈਂ ਜਦੋਂ ਪੜ੍ਹਿਆ ਸੁਣਿਆ ਸਤਸੰਗ ਕੀਤੀ, ਇਹ ਦੇਖਦਾ ਹੈ ਕਿ ਜਿਹੜਾ ਅਗਿਆਨ ਹੈ ਨਾ, ਜਾਣੈ ਵੱਡ ਅਗਿਆਨ ਅਰਾਤੀ, ਅਰਾਤੀ ਆਰਨਾ ਬੈਰੀ ਦਾ, ਉਹ ਵੀ ਜਾਣ ਗਿਆ, ਉਸਨੂੰ ਪਤਾ ਲੱਗ ਗਿਆ ਜਿਹੜਾ ਅਗਿਆਨਤਾ ਇਹ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਤਿਹ ਕੋ ਹਨਨ ਕਰੈ ਭਲ ਭਾਂਤੀ। ਹੁਣ ਉਹ ਗਿਆਨ ਦੀ ਖੜਗ ਲੈ ਕੇ ਸਤਿਗੁਰੂ ਤੋਂ ਫਿਰ ਉਹ ਗਿਆਨ ਰੂਪੀ ਦੁਸ਼ਮਣ ਦਾ ਹਨਨ ਕਰਦਾ, ਭਲੀ ਪ੍ਰਕਾਰ ਇਸ ਨੂੰ ਖਤਮ ਕਰਦਾ ਹੈ। ਕਾਮ ਕ੍ਰੋਧ ਲੋਭ ਹੰਕਾਰਾ, ਜੋ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ, ਇਹ ਤਹਿ ਅੰਗ ਸੁਕਰ ਹੈ ਪ੍ਰਹਾਰਾ। ਇਹ ਭਾਈ ਫਿਰ ਇਹਨਾਂ ਤੇ ਉਹ ਪ੍ਰਹਾਰ ਕਰਦਾ ਜਿਹੜੇ ਸਰੀਰ 'ਚ ਵਿਕਾਰ ਹਨ। ਸਤਿਗੁਰ ਸ਼ਬਦ ਸ਼ਸਤਰ ਜਿਨ ਕੇਰੇ, ਸ਼ਾਸਤਰ ਕਿਹੜਾ ਫੜਦਾ ਹੈ? ਸਤਿਗੁਰੂ ਦਾ ਜਿਹੜਾ ਸ਼ਬਦ ਹੈ, ਇਹ ਗੁਰਮੁਖੋ ਮਹਾਰਾਜ ਕਹਿੰਦੇ ਸ਼ਸਤਰ ਹੈ ਉਸਦਾ। ਕਰਹਿ ਪ੍ਰਹਾਰ ਨ ਲਾਵਹਿ ਦੇਰੇ, ਤੇ ਉਹ ਸ਼ਬਦ ਦਾ ਵਾਰ ਕਰ ਦਿੰਦਾ, ਦੇਰ ਨਹੀਂ ਲਾਉਂਦਾ ਹੈ। ਨਿਤ ਪ੍ਰਤ ਛੇਦੈ ਸਨਮੁਖ ਹੋਈ, ਤੇ ਨਿਤਾ ਪ੍ਰਤੀ ਅਗਿਆਨਤਾ ਤੇ ਵਿਕਾਰਾਂ ਨੂੰ ਕੱਟਦਾ, ਛੇਦਦਾ, ਭਾਵ ਹਰ ਰੋਜ਼ ਸਤਸੰਗ ਸ਼ਬਦ ਉਪਦੇਸ਼ ਲੈ ਕੇ ਇਹਨਾਂ ਨੂੰ ਨਾਸ਼ ਕਰਦਾ, ਔਰ ਸਨਮੁਖ ਹੋਈ, ਸਾਹਮਣੇ ਹੋ ਕਰਕੇ। ਸੂਰਨ ਕੀ ਵਿਦਿਆ ਹੈ ਸੋਈ, ਇਸ ਤਰ੍ਹਾਂ ਜਿਹਨੇ ਉਪਦੇਸ਼ ਨੂੰ ਕਮਾ ਲਿਆ, ਉਹ ਜਾਣੋ ਕਿ ਜਿਵੇਂ ਸੂਰਮੇ ਦੀ ਵਿਦਿਆ ਹੈ, ਉਸ ਤਰ੍ਹਾਂ ਇੱਕ ਮੈਦਾਨੇ ਜੰਗ ਵਿੱਚ ਜਾ ਕੇ ਸ਼ਸਤਰ ਚਲਾਉਂਦਾ। ਪੁਨ ਇੱਕ ਔਰ ਸੁਨੋ ਦ੍ਰਿਸ਼ਟਾਂਤ। ਫਿਰ ਮਹਾਰਾਜ ਕਹਿੰਦੇ, ਬ੍ਰਹਮਦਾਸ ਪੰਡਤ ਭਾਈ ਇੱਕ ਹੋਰ ਦ੍ਰਿਸ਼ਟਾਂਤ ਸੁਣ ਲੈ। ਜਿਸ ਵਿਦਿਆ ਤੇ ਤੁਮ ਨਹਿ ਸ਼ਾਂਤ, ਵੀ ਜਿਹੜੀ ਵਿਦਿਆ ਤੂੰ ਪੜ੍ਹ ਕੇ ਤੂੰ ਸ਼ਾਂਤ ਨਹੀਂ ਹੋਇਆ। ਸ਼ਾਸਤਰ ਜਿਤੇ ਸੋ ਸ਼ਸਤਰ ਸਮਾਨਾ, ਇਹ ਜਿੰਨੇ ਵੀ ਸ਼ਾਸਤਰ, ਕੰਨਾ ਲੱਗ ਗਿਆ ਸੱਸੇ ਨੂੰ, ਇਹਦਾ ਅਰਥ ਬਣ ਗਿਆ ਧਰਮ ਗ੍ਰੰਥ। ਕੰਨਾ ਕੱਟ ਦਿਓ, ਸ਼ਸਤਰ ਜਿਹੜੇ ਜਿਵੇਂ ਕਿਰਪਾਨ ਨੇਜਾ ਇਤਿਆਦਿ, ਉਹਨਾਂ ਨੂੰ ਸ਼ਾਸਤਰ ਕਹਿੰਦੇ ਆ, ਤੇ ਸ਼ਾਸਤਰ ਹੁੰਦਾ ਧਰਮ ਗ੍ਰੰਥ। ਮਹਾਰਾਜ ਕਹਿੰਦੇ ਸ਼ਾਸਤਰ ਜਿਤੇ ਸੋ ਸ਼ਸਤਰ ਸਮਾਨਾ, ਇਹ ਜਿੰਨੇ ਧਰਮ ਗ੍ਰੰਥ ਨੇ ਇਹ ਸ਼ਸਤਰ ਦੇ ਵਾਂਗ ਹਨ। ਮਨ ਰੂਪੀ ਵੱਡ ਕੇ ਹਰ ਜਾਨਾ, ਇਹ ਮਨ ਹੈ ਜਿਹੜਾ, ਇਹ ਵੱਡਾ ਇੱਕ ਸ਼ੇਰ ਵੱਤ ਜਾਣ ਲੋ। ਜੇ ਮਾਰ ਹੈ ਤਿਨ ਨਿਕਸਹਿ ਨਾਮੂ, ਤੇ ਜੇ ਮਾਰ ਹੈ, ਜੇ ਤਾਂ ਭਾਈ ਇਹਨੂੰ ਮਾਰਨਾ ਹੈ, ਤੇ ਇਸ ਮਨ ਰੂਪੀ ਸ਼ੇਰ ਨੂੰ ਵਸ ਕਰਨਾ, ਇਹਦਾ ਹਨਨ ਕਰਨਾ, ਮਨ ਨੂੰ ਮਾਰਨਾ ਹੈ। ਜੇ ਮਾਰ ਹੈ, ਜੇ ਕੋਈ ਇਹਨੂੰ ਮਾਰਦਾ, ਤਿਨ ਨਿਕਸੈ ਨਾਮੂ, ਉਹਦਾ ਨਾਮ ਨਿਕਲਦਾ। ਹੁਣ ਜਿਹਨੇ ਦੇਖੋ ਕਿਸੇ ਨੇ ਸ਼ੇਰ ਨੂੰ ਮਾਰਿਆ, ਉਹਦਾ ਫਿਰ ਵਿਸ਼ੇਸ਼ ਸੂਰਮਾ ਗਿਣਿਆ ਜਾਂਦਾ, ਵੀ ਆ ਫਲਾਣਾ ਇਹਨੇ ਸ਼ੇਰ ਦਾ ਸ਼ਿਕਾਰ ਕੀਤਾ। ਵੱਡੋ ਸ਼ਸਤਰ ਧਾਰੀ ਅਬਰਹਮ, ਉਹ ਭਾਈ ਵੱਡਾ ਸ਼ਸਤਰ ਧਾਰੀ, ਸੋਹਣਾ ਸੁੰਦਰ ਸ਼ਸਤਰ ਧਾਰੀ ਹੈ। ਕਵੀ ਅਨ ਜੇਤੇ ਸ਼ਾਸਤਰ ਬਣਾਏ, ਜਿਹੜੇ ਹੁਣ ਕਵੀ ਜਨ ਨੇ ਜੀ, ਵਿਦਵਾਨ ਹੈ, ਉਹ ਪੁਸਤਕ ਲਿਖ ਦਿੰਦਾ ਹੈ। ਇੱਕ ਗੁਰਮੁਖ ਪੁਰਸ਼ ਨੇ, ਉਹ ਦੁਨੀਆ ਨੂੰ ਉਪਦੇਸ਼ ਦਿੰਦੇ ਆ, ਬਾਅਦ ਵਿੱਚ ਉਹਨਾਂ ਦੇ ਬਚਨਾਂ ਰੂਪੀ ਜਿਹੜਾ ਹੈ ਉਹ ਲਿਖੇ ਗਏ। ਇੱਕ ਹੁੰਦਾ ਹੈ ਕੋਈ ਵਿਦਵਾਨ, ਵੀ ਮੈਂ ਫਲਾਣੇ ਵਿਸ਼ੇ ਤੇ PhD ਕਰ ਲਈ, ਹੁਣ ਮੈਂ ਇਸ ਗੱਲ ਤੇ ਬੁੱਕ ਲਿਖਣੀ ਹੈ। ਇੱਕ ਬਹੁਤ ਨੇ ਉਹਨਾਂ ਨੇ ਲਿਖੀਆਂ ਹੋਈਆਂ। ਉਹ ਇਉਂ ਜਾਣ ਲਓ ਵੀ ਜਿਹੜੇ ਵਿਦਵਾਨ ਕਵੀਆਂ ਨੇ, ਜਿਨ੍ਹਾਂ ਨੇ ਬੁੱਕਾਂ ਸ਼ਾਸਤਰ ਵਗੈਰਾ ਲਿਖੇ ਹਨ, ਘੜੈ ਲੋਹਾਰ ਸਮਾਨ ਸਦਾਏ, ਉਹ ਇਉਂ ਜਾਣੋ ਇੱਕ ਲੋਹਾਰ ਨੇ
ਸਿਗਲੀਕਰ ਨੇ ਸ਼ਾਸਤਰ ਘੜਤਾ। ਪੁਰਾਣੇ ਦੇਖੋ 10ਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਜਿਹੜੇ ਸਿਗਲੀਕਰ ਹੈ ਕਿੰਨੇ ਸਿੱਖ ਬਣੇ। ਹੁਣ ਤੱਕ ਵੀ ਜਿਹੜੇ ਆ ਸਿਗਲੀਕਰ ਕੇਸਾਧਾਰੀ ਤੁਹਾਨੂੰ ਦਿਸਣਗੇ 10ਵੇਂ ਪਾਤਸ਼ਾਹ ਮਹਾਰਾਜ ਤੋਂ ਬਣੇ ਆ। ਇਹ ਸ਼ਾਸਤਰ ਬਣਾਉਂਦੇ ਹੁੰਦੇ ਸਨ, ਕਿਰਪਾਨ ਨੇਜੇ ਹੋਰ ਬਣਾ ਲਿਆਉਣੇ। ਤੇ ਉਹ ਲੋਹਾਰ ਦਾ ਕੰਮ, ਜਿਹੜਾ ਲੋਹੇ ਦਾ ਕੰਮ ਕਰਦੇ ਆ, ਲੋਹਾਰ ਹੁੰਦਾ ਹੈ। ਘੜਾ ਲੋਹਾਰ ਸਮਾਨ ਸਦਾਏ, ਜਿਵੇਂ ਲੋਹਾਰ ਹੈ ਉਹ ਕਿੰਨਾ ਸਾਰਾ ਸਮਾਨ ਘੜਦਾ ਹੈ। ਜੇ ਪੰਡਤ ਤਿੰਨ ਟੀਕਾਕਾਰਾ, ਹੁਣ ਜਿਹੜਾ ਲੋਹਾਰ ਆ ਉਹਨੇ ਲੋਹਾ ਸਮਾਨ ਘੜਤਾ ਤੇ ਉਦੋਂ ਅੱਗੇ ਫਿਰ ਹੁਣ ਜਿਹੜੇ ਸ਼ਾਸਤਰ ਕਵੀ ਨੇ ਬਣਾਤੇ ਲੋਹਾਰ ਵਾਂਗੂ ਹੈ। ਤੇ ਅੱਗੇ ਫਿਰ ਉਹਦੇ ਵਿਦਵਾਨ ਹੁੰਦੇ ਆ, ਉਹਨਾਂ ਦੇ ਹੋਰ ਟੀਕਾ ਕਰ ਦਿੰਦੇ ਆ, ਅਰਥ ਕਰ ਦਿੰਦੇ ਆ। ਤੇ ਉਹ ਕੀ ਹੈ, ਜਿਹੜੇ ਪੰਡਤ ਵਿਦਵਾਨ ਆ ਉਹ ਟੀਕਾ ਕਰਦੇ। ਸਿਕਲੀ ਗਰ ਸੇਲੇ ਹੋ ਵਿਚਾਰਾ, ਉਹ ਸਿਗਲੀਕਰ ਵਾਂਗੂ ਵਿਚਾਰ ਲਵੇ। ਧਾਰਾਂ ਬਣਾਤੀਆਂ ਸ਼ਾਸਤਰ ਦੀਆਂ, ਤਿੱਖਾ ਧਾਰ ਬਣਾਤੀ, ਉਹਦਾ ਰੂਪ ਬਣਾਤਾ। ਇਹ ਸਿਗਲੀਕਰ ਵਾਂਗੂ ਹੈ। ਜਿਨ ਪੜ ਸੁਨ ਕੀਐ ਮਨ ਕੋ ਮਾਰਨ। ਤੇ ਇੱਕ ਹੁੰਦਾ ਹੈ ਕਿ ਉਸ ਸ਼ਾਸਤਰ ਨੂੰ ਫੜ ਕੇ ਇੱਕ ਮੈਦਾਨੇ ਜੰਗ 'ਚ ਚਲਿਆ ਗਿਆ। ਉਹ ਇਸ ਤਰ੍ਹਾਂ ਭਾਈ ਇਹ ਧਰਮ ਗ੍ਰੰਥ ਜਿਸ ਨੇ ਇਹ ਉਪਦੇਸ਼ ਪੜ੍ਹ ਲਿਆ ਜਾਂ ਸੁਣ ਲਿਆ, ਸੁਣ ਕਰਕੇ ਆਪਣੇ ਮਨ ਨੂੰ ਮਾਰ ਲਿਆ। ਸੇ ਜੋਧਾ ਹਨ ਤੇ ਹਥਿਆਰਨ, ਇਹ ਜਾਣੋ ਵੀ ਭਾਈ ਉਹ ਜੋਧੇ ਦੇ ਹਥਿਆਰ ਹੈ। ਜਿਵੇਂ ਕਿਸੇ ਜੋਧੇ ਕੋਲੇ ਚਲਿਆ ਗਿਆ। ਪੜ੍ਹੈ ਜੀਵ ਕਾ ਕਾਰਨ ਜੋ, ਇੱਕ ਉਹ ਨੇ ਮਹਾਰਾਜ ਕਹਿੰਦੇ ਵੀ ਆਪਣੀ ਉਪਜੀਵਕਾ ਵਾਸਤੇ ਪੜ੍ਹਦੇ ਆ ਵੀ ਮੈਨੂੰ ਇੰਨੇ ਮਾਇਆ ਮਿਲ ਜਾਵੇ, ਮੈਂ ਜੇ ਪੜਾਂਗਾ ਇੰਨਾ ਸਮਾਂ। ਹੁਣ ਜਿਵੇਂ ਸਾਨੂੰ ਲੈਂਦਾ ਵੀ ਆਹ ਕੀਰਤਨ ਕਰਿਆਓ ਜੀ, ਕਥਾ ਜੀ, ਕਹਿੰਦੇ ਵੀ ਇੰਨੇ ਪੈਸੇ ਲਵਾਂਗੇ, ਕਰ ਦਿਆਂਗੇ। ਤੇ ਹੁਣ ਉਪਜੀਵਕਾ ਚੱਲਦੀ ਹੈ। ਪੜ੍ਹੈ ਜੀਵਕਾ, ਜਿਹੜਾ ਕੋਈ ਇਉਂ ਜਾਣੋ ਵੀ ਜੀਵਕਾ ਦੇ ਕਾਰਨ ਜਿਹੜਾ ਪੜ੍ਹਦਾ ਹੈ। ਵੇਚਨ ਹਾਰ ਸ਼ਾਸਤਰ ਸਮਸੋ, ਉਹ ਇਉਂ ਹੈ ਵੀ ਕਿ ਜਿਵੇਂ ਸ਼ਾਸਤਰ ਕਿਤੋਂ ਲੈ ਲਏ, ਫਿਰ ਉਹਨੇ ਇਕੱਠੇ ਤੇ ਅੱਗੇ ਜਿੰਨੇ ਕਿਸੇ ਨੂੰ ਜ਼ਰੂਰਤ ਸੀਗੀ ਉਹਨੇ ਵੇਚਦੇ। ਕਿਸੇ ਨੇ ਕਿਹਾ ਵੀ ਮੈਂ 1 ਕਿਰਪਾਨ, ਜਿਵੇਂ ਦੁਕਾਨਦਾਰ ਵੇਚਦੇ ਆ ਬਾਹਰ ਗੁਰੂ ਘਰਾਂ ਦੇ ਕੋਲੇ ਲੱਗੀਆਂ ਹੁੰਦੀਆਂ, ਉਹਨਾਂ ਦਾ ਮਕਸਦ ਤਾਂ ਇਹੀ ਹੈ ਨਾ। ਚਲੋ ਉਹ ਵੀ ਆਪਣੀ ਜਗ੍ਹਾ ਕਰਮ ਹੈ। ਉਹ ਕੀ ਕਰਦੇ ਆ ਵੀ ਲੈ ਭਾਈ ਤੈਨੂੰ 1 ਚਾਹੀਦਾ 1 ਲੈ ਜਾ, 2 ਚਾਹੀਦੇ 2 ਲੈ ਜਾ। ਉਹ ਫਿਰ ਲੋਕ ਜਿਹੜੇ ਆ ਗਾਹਾਂ ਲੈਣ ਵਾਲੇ ਖਰੀਦ ਲੈਂਦੇ ਆ। ਇਹ ਜਾਣੋ ਭਾਈ ਜਿਹੜਾ ਉਪਜੀਵਕਾ ਵਾਸਤੇ ਪੜ੍ਹਦਾ ਹੈ ਉਹ ਸ਼ਾਸਤਰਾਂ ਨੂੰ ਜਿਵੇਂ ਕੋਈ ਵੇਚਦਾ ਹੈ ਅੱਗੇ ਦੀ ਅੱਗੇ, ਉਸ ਤਰ੍ਹਾਂ ਹੈ। ਪੜ੍ਹਿਓ ਬਹੁਤ ਮਨ ਸ਼ਾਂਤ ਨ ਆਈ, ਇਸ ਤਰ੍ਹਾਂ ਵੀ ਇਹ ਪੰਡਤ ਤੂੰ ਪੜ੍ਹੇ ਤਾਂ ਗ੍ਰੰਥ ਬਥੇਰੇ, ਪਰ ਤੇਰੇ ਮਨ ਨੂੰ ਸ਼ਾਂਤੀ ਨਹੀਂ ਆਈ। ਸੋ ਪੜ੍ਹਬੋ ਲੇਖੇ ਕਿਸ ਥਾਈ, ਤਾਂ ਫਿਰ ਇਹ ਦੱਸ ਵੀ ਉਹ ਪੜ੍ਹਿਆ ਹੋਇਆ ਕਿਸ ਜਗ੍ਹਾ ਲੇਖੇ ਪਿਆ। ਹੇ ਪੰਡਤ ਜਬ ਮਨ ਕੋ ਮਾਰੋ, ਐ ਪੰਡਤ ਜਦੋਂ ਮਨ ਨੂੰ ਮਾਰ ਲਵੇਂਗਾ ਸੂਰਮਾ ਬਣੇਗਾ, ਭਾਵੇਂ ਜੀਵਨ ਚ ਉਪਦੇਸ਼ ਨੂੰ ਕਮਾ ਲੇਗਾ। ਤਬ ਜੀਤੋਗੇ ਸਗਲ ਸੰਸਾਰੋ, ਤਾਂ ਭਾਈ ਤੂੰ ਸਾਰੇ ਸੰਸਾਰ ਨੂੰ ਜਿੱਤੇਗਾ। ਪੁਨ ਜੋ ਹਮ ਜਗ ਪੰਥ ਚਲਾਇਓ, ਫੇਰ ਜਿਹੜਾ ਤੂੰ ਪੁੱਛੇ ਵੀ ਤੁਸੀਂ ਨਇਆ ਪੰਥ ਚਲਾਇਆ, ਵੀ ਜਿਹੜਾ ਅਸੀਂ ਮਹਾਰਾਜ ਕਹਿੰਦੇ ਪੰਥ ਸਿੱਖੀ ਮਾਰਗ ਚਲਾਇਆ ਹੈ। ਸਤਨਾਮ ਕੋ ਜਾਪ ਜਪਾਇਓ, ਇਹ ਅਸੀਂ ਤਾਂ ਪਰਮੇਸ਼ਰ ਦੇ ਨਾਮ ਦਾ ਜਾਪ ਜਪਾਇਆ ਹੈ। ਜਪੈ ਨਾਮ ਜੋ ਨਰ ਕਰਤਾਰ, ਜਿਹੜਾ ਕੋਈ ਪ੍ਰਾਣੀ ਪਰਮੇਸ਼ਰ ਦਾ ਨਾਮ ਜਪੇਗਾ ਸੋ ਭਉ ਸਾਗਰ ਉਤਰਹਿ ਪਾਰ, ਉਹ ਇਸ ਭਵ ਸਾਗਰ ਤੋਂ ਪਾਰ ਹੋ ਜਾਵੇਗਾ। ਜਾਨੋ ਏਕ ਮੋਖ ਕੋ ਦਾਤਾ, ਇਹ ਜਾਣ ਲੈ ਵੀ ਮੁਕਤੀ ਦਾ ਦਾਤਾ ਇੱਕ ਪਰਮੇਸ਼ਰ ਹੈ। ਵਾਹਿਗੁਰੂ ਸਭ ਜਗ ਬਖਿਆਤਾ, ਜੋ ਵਾਹਿਗੁਰੂ ਹੈ ਸਾਰੇ ਜਗਤ ਵਿੱਚ ਉਹ ਪ੍ਰਤੱਖ ਪ੍ਰਗਟ ਹੈ। ਔਰ ਕਿਸੂ ਤੇ ਮੋਖ ਨਾ ਹੋਈ, ਹੋਰ ਕਿਸੇ ਤੋਂ ਮੁਕਤੀ ਨਹੀਂ ਹੁੰਦੀ ਗੁਰੂ ਪਰਮੇਸ਼ਰ ਬਿਨਾ। ਕੋਟ ਉਪਾਵ ਕਰੇ ਜੇ ਕੋਈ, ਗੁਰੂ ਧਾਰਨ ਕਰਕੇ ਪਰਮੇਸ਼ਰ ਦਾ ਨਾਮ ਜਪੇ ਬਿਨਾ ਮੁਕਤੀ ਨਹੀਂ। ਇਹ ਤੋਂ ਬਿਨਾ ਕੋਈ ਕਰੋੜਾਂ ਵੀ ਪਾਪ ਭਾਵੇਂ ਕਰ ਲਵੇ। ਸੁਣ ਕਰ ਪੰਡਤ ਸਤਿਗੁਰ ਬਾਣੀ, ਇਹ ਸੁਣ ਕਰਕੇ ਪੰਡਤ ਨੇ ਗੁਰੂ ਸਾਹਿਬ ਦੇ ਬਚਨ। ਜਾਣਿਓ ਮਹਾਪੁਰਖ ਗਤ ਦਾਨੀ,
ਇਹ ਜਾਣ ਲਿਆ ਵੀ ਇਹ ਮੁਕਤੀ ਦਾ ਤੇ ਮਹਾਪੁਰਸ਼ ਹਨ। ਨਿਮਰ ਹੋਏ ਕਰ ਬੈਨ ਬਖਾਨੀ, ਤਾਂ ਨਿਮਰਤਾ ਵਿੱਚ ਹੋ ਕੇ ਬੇਨਤੀ ਕੀਤੀ। ਹੇ ਸਤਿਗੁਰ ਮੈਂ ਨਹਿ ਗਤ ਜਾਨੀ, ਕਹਿੰਦਾ ਹੇ ਸਤਿਗੁਰੂ ਪਾਤਸ਼ਾਹ ਜੀ ਮੈਂ ਤੁਹਾਡੀ ਮਹਿਮਾ ਗਤੀ ਨੂੰ ਜਾਣਿਆ ਨਹੀਂ। ਅਬ ਮੇਰੇ ਮਨ ਸੰਸਾਇਕ, ਹੁਣ ਮੈਨੂੰ ਸਮਝ ਲੱਗਿਆ ਹੈ ਕਿ ਤੁਸੀਂ ਪੂਰਨ ਸੰਤ ਗੁਰੂ ਅਵਤਾਰ ਹੋ। ਮੇਰੇ ਮਨ ਵਿੱਚ ਹੁਣ ਇੱਕ ਸੰਸਾ ਹੈ। ਸੋਈ ਨਿਵਾਰੋ ਜਲਦ ਵਿਵੇਕ, ਹੇ ਗਿਆਨ ਦੇ ਸਾਗਰ ਪਾਤਸ਼ਾਹ ਜੀ ਉਹਨੂੰ ਦੂਰ ਕਰ ਦਿਓ। ਵੇਦ ਸ਼ਾਸਤਰ ਮੈਂ ਬਹੁਤੇ ਨਾਮ, ਵੀ ਜਿੰਨੇ ਵੇਦ ਸ਼ਾਸਤਰ ਆ ਉਹਦੇ ਵਿੱਚ ਤੁਸੀਂ ਉਹਨੂੰ ਨਾਮ ਜਪੋ। ਨਾਮ ਤਾਂ ਬਹੁਤ ਲਿਖੇ ਹੈ। ਕਿਹਤੇ ਮੁਕਤ ਪਾਏ ਅਬਿਰਾਮ, ਕਿਹੜਾ ਨਾਮ ਜਪੀਏ ਜਿਹਦੇ ਨਾਲ ਸੁੰਦਰ ਮੁਕਤੀ ਦੀ ਪ੍ਰਾਪਤੀ ਹੋਵੇ। ਸ੍ਰੀ ਨਾਨਕ ਪੁਨ ਬੈਨ ਉਚਾਰੇ, ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਨੇ ਫਿਰ ਬਚਨ ਕਹੇ। ਜੇ ਨੌਕਾ ਸਭ ਪਾਰ ਉਤਾਰੇ, ਮਹਾਰਾਜ ਕਹਿੰਦੇ ਵੀ ਉਹ ਗੱਲ ਵੱਖਰੀ ਹੈ। ਜਿੰਨੀਆਂ ਵੀ ਬੇੜੀਆਂ ਨੇ, ਜਿਹੜੇ ਵੀ ਬੇੜੇ 'ਚ ਕੋਈ ਚੜ ਜਾਵੇ ਉਹ ਪਾਰ ਕਰ ਦਿੰਦੀ ਹੈ। ਪਰ ਕਿਹੜੀ ਬੇੜੀ ਪਾਰ ਕਰਦੀ ਹੈ? ਹੋਏ ਮਲਾਹ ਪੂਰਨ ਜਿਸ ਕੇਰਾ, ਜਿਹਦਾ ਮਲਾਹ ਪੂਰਨ ਹੋਵੇ। ਜਿਹੜੇ ਹੁਣ ਮੰਨ ਲਓ ਕੋਈ ਮਲਾਹ ਹੀ ਉਹੇ ਜਿਹਾ ਵਿਚਾਰਾ ਬੁੱਢਾ ਠੇਰਾ ਤੇ ਬੇੜੀ ਵੀ ਜਰਜਰੀ ਜੀ ਹੈ, ਉਹ ਖਤਰਾ ਹੀ ਰਹੂ ਨਾ। ਜੇ ਉਹ ਹੁਣ ਰਾਹ 'ਚ ਹੀ ਉਹਨੂੰ ਵੀ ਵਿਚਾਰੇ ਨੂੰ ਦਮ ਚੜ ਗਿਆ, ਚੱਪੂ ਮਾਰਦੇ ਨੂੰ ਆਪ ਵੀ ਡੁੱਬੂ, ਨਾਲ ਦਿਆਂ ਨੂੰ ਵੀ ਲੈ ਡੁੱਬੂਗਾ। ਜਦੋਂ ਉਹ ਜਵਾਨੀ ਸੀ, ਬੇੜੀ ਉਹਦੀ ਚੰਗੀ ਸੀ, ਉਦੋਂ ਪਤਾ ਨਹੀਂ ਕਿੰਨੇ ਕੁ ਭਲੇ ਕਰਤੇ, ਤਾਰਤੇ ਹੋਣਿਆ, ਲੇਕਿਨ ਹੁਣ ਉਹ ਸਮਾਂ ਲੰਘ ਗਿਆ ਉਹਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਵੀ ਭਾਈ ਹੋਏ ਮਲਾਹ ਪੂਰਨ ਜਿਸ ਕੇਰਾ, ਉਹੀ ਤਾਰੇਗਾ। ਸੋਏ ਚਲਾਏ ਸਕੇ ਬਿਨ ਦੇਰਾ, ਉਹੀ ਬਿਨਾਂ ਦੇਰੀ ਤੋਂ ਭਾਵ ਉਹਨੂੰ ਤੁਰੰਤ ਚਲਾ ਸਕਦਾ ਹੈ। ਪੁਨ ਜਿਸ ਨੌਕਾ ਪਰ ਚੜੇ ਕੋ, ਫਿਰ ਇਹ ਵੀ ਹੈ ਵੀ ਉਸ ਜਿਹੜੀ ਨੌਕਾ ਦੇ ਉੱਤੇ, ਜਿਹੜੀ ਬੇੜੀ ਦੇ ਉੱਤੇ ਕੋਈ ਪਾ ਚੜ ਜਾਵੇ, ਤੇਹ ਕੋ ਪਾਰ ਉਤਾਰੈ ਸੋ, ਜਿਹੜਾ ਮਲਾਹ ਹੈ ਉਸੇ ਨੂੰ ਹੀ ਪਾਰ ਕਰ ਸਕਦਾ ਜਿਹੜਾ ਬੇੜੀ ਦੇ ਵਿੱਚ ਚੜਦਾ ਹੈ। ਤਿਸ ਹੀ ਸੰਗ ਤਾਹੇ ਕੋ ਕੰਮ, ਉਹਦੇ ਨਾਲ ਹੀ ਉਸ ਦਾ ਕਾਰਜ ਹੈ। ਉਤਰਹਿ ਪਾਰ ਪਾਏ ਸੁਖ ਧੰਮ, ਉਹੀ ਫਿਰ ਭਾਈ ਪਾਰ ਉਤਰਦਾ ਹੈ। ਹੁਣ ਮਹਾਰਾਜ ਕਹਿੰਦੇ ਸਮੇਂ ਦੀ ਗੱਲ ਹੈ, ਹੁਣ ਕਲਯੁਗ ਦਾ ਸਮਾਂ। ਹੁਣ ਪਰਮੇਸ਼ਰ ਦਾ ਜੋ ਨਾਮ ਸਮੇਂ ਮੁਤਾਬਕ ਹੈ ਜਪੇਗਾ, ਉਹ ਪਾਰ ਉਤਰ ਜੋ ਸੁਖ ਧਾਮ ਦੀ ਪ੍ਰਾਪਤੀ ਕਰ ਲਵੇਗਾ। ਤੈਸੇ ਗੁਰ ਜੋ ਨਾਮ ਬਤਾਏ, ਇਸੇ ਤਰ੍ਹਾਂ ਜਿਹਨੂੰ ਆਪਾਂ ਗੁਰੂ ਧਾਰਨ ਕਰ ਲਈਏ। ਨਾਮ ਤਾਂ ਗੁਰਮੁਖੋ ਸਾਰੇ ਹੀ ਆਪਣੀ ਜਗ੍ਹਾ ਸ਼ੁਭ ਹਨ, ਪਰ ਜੋ ਆਪਣੇ ਗੁਰੂ ਨੇ ਆਪਾਂ ਨੂੰ ਨਾਮ ਦਿੱਤਾ ਹੈ, ਆਪਾਂ ਉਸੇ ਰਾਹੀਂ ਹੀ ਧਰ ਸਕਦੇ ਹਾਂ। ਮਹਾਰਾਜ ਕਹਿੰਦੇ ਜਿਸ ਨੂੰ ਗੁਰੂ ਧਾਰਨ ਕੀਤਾ, ਉਹ ਗੁਰੂ ਜੋ ਨਾਮ ਦੱਸਦਾ ਹੈ। ਸੋ ਹੋਵਤ ਸਿੱਖ ਕੋ ਗਤ ਦਾਏ, ਉਹੀ ਨਾਮ ਸਿੱਖ ਦਾ ਮੁਕਤੀਦਾਇਕ ਹੋ ਸਕਦਾ ਹੈ। ਗੁਰ ਉਪਦੇਸ਼ ਹਿਰਦੈ ਜਿਨ ਧਾਰਾ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਹਿਰਦੇ ਧਾਰਨ ਕਰ ਲਿਆ। ਸੋ ਭਵ ਸਾਗਰ ਉਤਰਿਓ ਪਾਰਾ, ਉਹ ਭਾਈ ਭਵ ਸਾਗਰ ਤੋਂ ਮਹਾਰਾਜ ਕਹਿੰਦੇ ਪਾਰ ਹੋ ਜਾਂਦਾ ਹੈ। ਇਸ ਪ੍ਰਕਾਰ ਸੁਨ ਕੈ ਸੁਰਤ ਬਚਨਾ, ਇਸ ਤਰ੍ਹਾਂ ਦੇ ਮਹਾਰਾਜ ਦੇ ਸ਼ੁਭ ਬਚਨ ਜਿਹੜੇ ਹੈ ਉਹ ਸੁਣ ਕਰਕੇ। ਪੰਡਤ ਬਿਨੈ ਭਨੈ ਸੁਠ ਰਚਨਾ, ਪੰਡਤ ਨੇ ਭਾਈ ਬਹੁਤ ਹੀ ਸੁੰਦਰ ਰੂਪ ਦੇ ਵਿੱਚ ਬੇਨਤੀ ਕੀਤੀ। ਦੀਨ ਜਾਨ ਗਤ ਕੀਜੈ ਹਮਰੀ, ਕਿ ਮਹਾਰਾਜ ਸਾਨੂੰ ਵੀ ਨਿਮਾਣੇ ਗਰੀਬ ਜਾਣ ਕੇ ਸਾਡੀ ਗਤ ਕਲਿਆਣਤਾ ਕਰ ਦਿਓ। ਚਰਨ ਸ਼ਰਨ ਗਹਿ ਲੀਨੀ ਤੁਮਰੀ, ਅਸੀਂ ਪਾਤਸ਼ਾਹ ਜੀ ਤੁਹਾਡੀ ਚਰਨ ਸ਼ਰਨ ਫੜ ਲਈ ਹੈ, ਤੇ ਇਸ ਮੇਰੇ ਤੇ ਕਿਰਪਾ ਕਰੋ, ਤੁਸੀਂ ਹੋਈ ਮੇਰੀ ਕਲਿਆਣਤਾ ਕਰੋ। ਫਿਰ ਮਹਾਰਾਜ ਨੇ ਉਹਨੂੰ ਜੋ ਭਾਈ ਕਲਿਆਣਤਾ ਦਾ ਬਚਨ ਕਹੇ। ਹੁਣ ਟਾਈਮ ਹੋ ਗਿਆ ਸਮਾਪਤੀ ਦਾ, ਬਾਕੀ ਆਪਾਂ ਕੱਲ ਦੇ ਸਮੇਂ ਅੱਗੇ ਇੱਥੋਂ ਇਤਿਹਾਸ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।